चैनल सुपन उडारी वेख रहे सारे दर्शकों का मेरे यानी खुशप्रीत कौर शेरगिल वालों स्वागत है। प्यारे दर्शकों, पिछली कड़ी दे विच असीं तुहाडे नाल मुलाकात करवाई सी सरदार बलविंदर सिंह हुणां दे नाल ते उन्हां ने सानूं फिजियोथैरेपी बारे बहुत ही महत्वपूर्ण जानकारी दित्ती सी। उसे कड़ी नूं अगे बरकरार रखते हुए अज असीं कड़ी नाल कड़ी जोड़न की कोशिश की है ते अज एक बार फिर तो असीं सद्दा दिता है साडे स्टूडियो दे विच सरदार बलविंदर सिंह जी हुणां नूं। डॉक्टर बलविंदर सिंह जी, आप जी का बहुत बहुत स्वागत है जी साडे चैनल सुपन उडारी ते। सुपन उडारी चैनल देख रहे सारे मेरे दर्शकों को प्यार भरी सत श्री अकाल। सतपाल मान जी, सरप्रस्त खुशप्रीत जी, तुहाडा बहुत बहुत धन्यवाद जी। थैंक यू सर। प्यारे दर्शकों, जो आपां गलबात करते हैं फिजियोथैरेपी की, तो साडे दिमाग दे विच सब तो पहला फिजियोथैरेपी उदों आउंदी है जदों सानूं कोई हड्डियां नाल संबंधित समस्या हो जाती है। तो अज असीं कोशिश करते हैं कि गर्दन दे नाल जिन्नियां भी जुड़ियां हुई समस्यावां ने उन्हां दे भी वो क्यों हुंदियां ने, कारण की हुंदे ने ते इलाज की है, जां असीं किवें अपना बचाव कर सकते हैं ते इहदे विच फिजियोथैरेपी का की रोल है, इस सब बारे आपां गल्लां बातां करांगे अज डॉक्टर बलविंदर जी दे नाल। ते डॉक्टर बलविंदर जी, साडे दर्शकों नूं पहलां ये जानकारी दिओ भी गर्दन दे नाल संबंधित किहड़ियां-किहड़ियां समस्यावां आम तौर ते लोग लैके तुहाडे कोल आउंदे ने इस इलाके दे विच? खुशप्रीत जी, जिहड़ी आपां गल करदे हां गर्दन दी समस्यावां बारे कि फिजियोथैरेपी कल्ले हड्डियां जोड़ां दे विच नहीं, फिजियोथैरेपी तो बड़ा वाइड फील्ड है। हरेक मैडिकल कंडीशन में, सर्जिकल कंडीशन में, पीडियाट्रिक, जीरियाट्रिक, ईवन के गायनोलॉजिकल कंडीशन में, प्लास्टिक बर्न कंडीशन में, स्पोर्ट्स में, पैलिएटिव केयर दे विच, स्किन दे विच, इन्हां सारियां ही कंडीशन जिहड़ियां आंदियां हैगियां दे अंडर उन्हां सारियां नूं कवर करदी है। पर अज आपां चर्चा कर रहे हैं गर्दन दे उपर। ਤਾਂ ਜਦੋਂ ਵੀ ਕਿਸੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਜਦੋਂ ਵੀ ਕੋਈ ਗੱਲ ਕਰਦਾ ਉਹ ਇੱਕ ਹੀ ਗੱਲ ਕਰਦਾ ਜੀ ਮੇਰੇ ਸਰਵਾਈਕਲ ਪੇਨ ਆ ਰਹੀ ਹੈ। ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਸਰਵਾਈਕਲ ਬਾਰੇ ਦੱਸ ਦਿਆਂ ਕਿ ਆਪਾਂ ਜਿਹੜੀ ਸਾਡੀ ਅਨਾਟੋਮੀਕਲ ਟਰਮ, ਮੈਡੀਕਲ ਟਰਮ ਜਿਹੜੀ ਹੈਗੀ ਹੈ, ਅਸੀਂ ਅਨਾਟੋਮੀ ਵਿੱਚ ਸਰਵਾਈਕਲ ਕਹਿੰਦੇ ਹੈਗੇ ਆ ਗਰਦਨ ਦੇ ਪਹਿਲੇ 7 ਮਣਕਿਆਂ ਦੇ ਵਿੱਚ ਜਿਹੜੀ ਉਹਦੇ ਵਿੱਚ ਉਸਦੀ ਬਣਤਰ ਆਉਂਦੀ ਹੈ, ਉਸ ਬਣਤਰ ਨੂੰ ਅਸੀਂ ਕਹਿੰਦੇ ਆ ਸਰਵਾਈਕਲ। ਅਤੇ ਸਰਵਾਈਕਲ ਦੇ ਵਿੱਚ 7 ਵਰਟੀਬਰਾ ਹੁੰਦੇ ਹੈਗੇ ਆ। ਉਸ ਦੇ ਵਿੱਚ ਪਹਿਲਾ ਜਿਹੜਾ ਜੁਆਇੰਟ ਹੈ ਕ੍ਰੇਨੀਓ ਵਰਟੀਬਲ ਜੁਆਇੰਟ, ਪਹਿਲੇ ਮਣਕੇ ਤੋਂ ਲੈ ਕੇ 7ਵੇਂ ਮਣਕੇ ਤੱਕ ਇਸ ਨੂੰ ਅਸੀਂ ਸਰਵਾਈਕਲ ਬੋਲਦੇ ਆ। ਔਰ ਜਿਹੜੇ ਸਰਵਾਈਕਲ ਹੈਗੀ ਹੈ ਇਸ 'ਤੇ 18 ਮਸਲ ਹੁੰਦੇ ਹੈਗੇ ਆ ਅਤੇ 15 ਇਹ ਲਿਗਾਮੈਂਟਾਂ ਦੇ ਨਾਲ ਕਵਰ ਹੁੰਦੀ ਹੈਗੀ ਹੈ ਕਿ ਇਹਦੇ ਵਿਚਕਾਰ ਦੀ ਜਿਹੜੇ ਦੋਨੇ ਸਾਰੇ ਜਿਹੜੇ 7 ਮਣਕੇ ਹੈ ਗਰਦਨ ਤੋਂ ਲੈ ਕੇ ਆਪਣੇ ਜਿਹੜੀ ਹੈਗੀ ਹੈ ਸਾਰੀ ਸਪਾਈਨ ਜਿਹੜੀ ਹੈਗੀ ਹੈ, ਥੋਰੈਸਿਕ ਸਪਾਈਨ ਹੈ, ਲੰਬਰ ਸਪਾਈਨ ਹੈ, ਸੈਕਲ ਸਪਾਈਨ ਹੈ, ਲੰਬਰ ਸਪਾਈਨ ਤੱਕ ਜਿਹੜੀ ਹੈਗੀ ਵਿਚਕਾਰ ਇੱਥੇ ਇੱਕ ਸਪਾਈਨਲ ਕਾਰਡ ਨਿਕਲ ਕੇ ਸਾਰੇ ਮਣਕਿਆਂ ਵਿਚਕਾਰ ਨਿਕਲ ਕੇ ਜਾਂਦੀ ਹੈ ਜਿਹਨੂੰ ਅਸੀਂ ਸੁਖਨਾ ਨਾੜੀ ਬੋਲਦੇ ਹੈਗੇ ਆ। ਔਰ ਜਿਹੜੀ ਆਪਣੇ ਗਰਦਨ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਸੁਖਨਾ ਨਾੜੀ ਦੀ, ਤਾਂ ਸਭ ਤੋਂ ਵੱਧ ਆਪਾਂ ਇਸ ਨੂੰ ਕਹਿੰਦੇ ਆ ਕਿ ਬੜੀ ਨਾਜ਼ੁਕ ਚੀਜ਼ ਹੈਗੀ ਹੈ ਕਿ ਜੇਕਰ ਆਪਣੇ ਹਲਕਾ ਜਿਹਾ ਗਰਦਨ ਦੇ ਵਿੱਚ ਦਿੱਕਤ ਆਈ ਤਾਂ ਆਪਣੀ ਸੁਖਨਾ ਨਾੜੀ ਦੇ ਉੱਪਰ ਪ੍ਰੈਸ਼ਰ ਵਧਣ ਕਰਕੇ ਆਪਣੇ ਹੱਥ ਪੈਰ ਜਿਹੜੇ ਹੈਗੇ ਆ ਦੋਨੋਂ ਰੁਕ ਸਕਦੇ ਆ। ਤੇ ਹੁਣ ਆਪਾਂ ਗੱਲ ਕਰਦੇ ਹਾਂ ਸਰਵਾਈਕਲ ਪੇਨ ਦੀ। ਤਾਂ ਜਿਹੜੀ ਆਪਾਂ ਸਰਵਾਈਕਲ ਪੇਨ ਹੈ, ਗਰਦਨ ਵਿੱਚ ਪੇਨ ਹੈ, ਉਹ ਇੱਕ ਤਰ੍ਹਾਂ ਨਾਲ ਨਹੀਂ ਹੁੰਦੀ। ਉਸ ਦੇ ਵਿੱਚ ਕੀ ਹੈ ਕਿ ਪਹਿਲੀ ਕੰਡੀਸ਼ਨ ਆਪਾਂ ਮੰਨਦੇ ਹੈਗੇ ਆ ਆਪਣਾ ਪੋਸਚਰ, ਆਪਣੇ ਰਹਿਣ ਸਹਿਣ ਦਾ ਢੰਗ, ਆਪਣੇ ਚੱਲਣ ਦਾ ਢੰਗ। ਕਿਉਂਕਿ ਬਹੁਤ ਸਾਰੇ ਮੈਂ ਕੇਸਾਂ ਵਿੱਚ ਦੇਖ ਰਿਹਾ ਹੈਗਾ, ਮੇਰੇ ਕੋਲੇ ਪੇਸ਼ੈਂਟ ਬੜੇ ਆਉਂਦੇ ਆ, ਉਹਨਾਂ ਦੇ ਵਿੱਚ ਅਸਲ ਵਿੱਚ ਕੀ ਹੈ ਕਿ ਜਦੋਂ ਵੀ ਉਹ ਪੇਸ਼ੈਂਟ ਆਉਂਦਾ ਨਾ ਮੇਰੇ ਕੋਲੇ ਆ ਕਹਿੰਦਾ ਜੀ ਮੇਰੇ ਅੱਜ ਸਰਵਾਈਕਲ ਪੇਨ ਆ ਰਹੀ ਆ। ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਚੀਜ਼ ਕਈ ਕਾਰਨਾਂ ਕਰਕੇ ਬਣੀ ਹੁੰਦੀ ਹੈ। ਡਾਕਟਰ ਜਿਹੜੇ ਹੁਣ ਸਾਡੇ ਆਰਥੋਪੈਡਿਸ਼ਨ ਜਿਹੜੇ ਹੈਗੇ ਆ ਉਹਦੇ ਵਿੱਚ ਕੀ ਹੈ ਕਿ ਉਹ ਸਰਵਾਈਕਲ ਪੇਨ ਦੇ ਵਿੱਚ ਮੈਡੀਸਿਨ ਲਿਖ ਦਿੰਦੇ ਆ। ਪਰ ਅਸੀਂ ਇਹ ਦੇਖਣਾ ਹੁੰਦਾ ਫਿਜ਼ੀਓਥੈਰੇਪਿਸਟ ਨੇ ਕਿ ਜਿਹੜੀ ਸਰਵਾਈਕਲ ਪੇਨ ਆ ਰਹੀ ਹੈ ਉਹ ਗਰਦਨ 'ਚ ਪੇਨ ਆ ਰਹੀ ਹੈ ਉਹ ਮਸਲ ਦੇ ਕਰਕੇ ਆ ਰਹੀ ਹੈ, ਕੋਈ ਲਿਗਾਮੈਂਟ ਕਰਕੇ ਆ ਰਹੀ ਹੈ, ਜਾਂ ਫਿਰ ਕੋਈ ਉਮਰ ਦੇ ਹਿਸਾਬ 'ਤੇ ਜਿਹੜੀਆਂ ਡੀਜਨਰੇਸ਼ਨ ਚੇਂਜ ਆਉਂਦੀਆਂ ਉਹਦੇ ਕਰਕੇ ਆ ਰਹੀ ਹੈ, ਕੋਈ ਇਨਫਲਾਮੇਟਰੀ ਚੇਂਜ ਆ ਰਹੀ ਹੈਗੀ ਹੈ, ਜਾਂ ਫਿਰ ਉਸਦਾ ਕੋਈ ਪੋਸਚਰ ਹੈ, ਉਸਦੇ ਕੋਈ ਸੈਡੈਂਟਰੀ ਲਾਈਫ ਸਟਾਈਲ ਹੈ, ਕੋਈ ਸਟ੍ਰੈਸ ਮੈਨੇਜਮੈਂਟ ਆ ਰਹੀ ਹੈ। ਜਦੋਂ ਕਈ ਵਾਰੀ ਕਈਆਂ ਦੇ ਸਟ੍ਰੈਸ ਪੇਸ਼ੈਂਟ ਲੈਣਾ ਸ਼ੁਰੂ ਕਰਦਾ ਉਹਦੇ ਵਿੱਚ ਵੀ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਕੁਝ ਕੰਡੀਸ਼ਨਾਂ ਹੈ ਪੈਥੋਲੋਜੀਕਲ ਕੰਡੀਸ਼ਨ ਆ ਜਾਂਦੀਆਂ, ਉਸ ਦੇ ਕਰਕੇ ਵੀ ਪੇਨ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹ ਅੱਗੇ ਆਪਾਂ ਡਿਸਕਸ ਕਰਾਂਗੇ। ਪਰ ਜਿਹੜੀਆਂ ਕਾਮਨ ਕੰਡੀਸ਼ਨਾਂ ਜਿਹੜੀਆਂ ਆ ਰਹੀਆਂ ਤਾਂ ਉਹਦੇ ਵਿੱਚ ਆਪਾਂ ਪਹਿਲਾਂ ਗੱਲ ਕਰਦੇ ਹੈਗੇ ਡੀਜਨਰੇਸ਼ਨ ਚੇਂਜ ਦੀ। ਅਤੇ ਡੀਜਨਰੇਸ਼ਨ ਚੇਂਜ ਕੀ ਹੁੰਦੀ ਹੈਗੀ ਹੈ ਕਿ ਅਮੈਰੀਕਨ ਫਿਜ਼ੀਓਥੈਰੇਪੀ ਐਸੋਸੀਏਸ਼ਨ ਜਿਹੜੀ ਬਣੀ ਹੋਈ ਹੈ, ਇੱਕ ਅਮੈਰੀਕਨ ਆਰਥੋਪੈਡਿਕ ਐਸੋਸੀਏਸ਼ਨ ਬਣੀ ਹੋਈ ਹੈ, ਉਸ ਦੇ ਜਰਨਲਸ ਦੇ ਅਕੋਰਡਿੰਗ, ਉਹਨਾਂ ਦੀ ਰਿਸਰਚ ਦੇ ਅਕੋਰਡਿੰਗ ਕੀ ਹੈ ਕਿ ਪਹਿਲਾਂ ਜਿਹੜੀ ਇਹ ਸੀਗੇ
ਇੱਕ ਡੀਜਨਰੇਸ਼ਨ ਚੇਂਜ ਉਮਰ ਦੀ ਸੀਮਾ ਵਿੱਚ ਸੀਗੀ ਜੀ ਕਿ ਇਹ 40 ਸਾਲ ਤੋਂ ਉੱਪਰ ਆਉਂਦੀ ਹੈ, ਪਰ ਜਿਹੜੀ ਹੁਣ ਦੀ ਰੀਸੈਂਟਲੀ ਜਿਹੜੀ ਰਿਸਰਚ ਆਈ ਹੈ ਉਹ ਉਹਨਾਂ ਨੇ ਕਰਤਾ ਕਿ 32 ਸਾਲ ਦੀ ਉਮਰ ਤੋਂ ਡੀਜਨਰੇਸ਼ਨ ਚੇਂਜ ਜਿਹੜੀ ਹੈ ਉਹ ਸ਼ੁਰੂਆਤ ਅਸੀਂ ਦੇਖਣ ਵਿੱਚ ਆ ਰਹੇ ਹਾਂ। ਡੀਜਨਰੇਸ਼ਨ ਚੇਂਜ ਕੀ ਹੈ ਕਿ ਜਿਹੜੀਆਂ ਆਪਣੇ ਹੱਡੀਆਂ ਜਿਹੜੀਆਂ ਹੁੰਦੀਆਂ ਉਹ ਦੇ ਉੱਪਰ ਜਿਹੜਾ ਵਰਕਲੋਡ ਵਧਣ ਦੇ ਕਰਕੇ ਉਹਨਾਂ ਦੇ ਹੌਲੀ ਹੌਲੀ ਛੋਟੇ ਛੋਟੇ ਸਪਰ ਬਣਨੇ ਸ਼ੁਰੂ ਹੋ ਜਾਂਦੇ ਹੈਗੇ ਆ। ਜਦੋਂ ਅਲੱਗ ਤੋਂ ਹੱਡੀ ਦੀ ਸ਼ੇਪ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦੇ ਕਰਕੇ ਜਿਹੜੀਆਂ ਡਿਸਕ ਦੇ ਉੱਪਰ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ। ਡਿਸਕ ਤੇ ਪ੍ਰੈਸ਼ਰ ਵਧਣ ਦੇ ਕਰਕੇ ਜਿਹੜੀਆਂ ਉਸ ਦੀਆਂ ਸਾਈਡਾਂ, ਮਣਕਿਆਂ ਦੇ ਸਾਈਡਾਂ ਤੋਂ ਨਾੜੀਆਂ ਨਿਕਲਦੀਆਂ, ਬਰੀਕ ਨਾੜੀਆਂ ਨਿਕਲਦੀਆਂ, ਉਹਨਾਂ ਤੇ ਪ੍ਰੈਸ਼ਰ ਵਧਣ ਕਰਕੇ ਇੱਕ ਤਾਂ ਬਾਜੂ ਵਿੱਚ ਪੇਨ ਹੋਣਾ ਸ਼ੁਰੂ ਹੋ ਜਾਂਦਾ, ਗਰਦਨ ਵਿੱਚ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਈਵਨ ਕਿ ਪੋਸਚਰ ਵੀ ਚੇਂਜ ਹੋ ਜਾਂਦਾ ਹੈਗਾ। ਹੁਣ ਆਪਾਂ ਦੂਜੀ ਗੱਲ ਕਰਦੇ ਹੈਗੇ ਆ ਇਨਫਲੇਮੇਟਰੀ ਦੀ। ਤਾਂ ਇਨਫਲੇਮੇਟਰੀ ਵਿੱਚ ਕੀ ਹੁੰਦਾ ਹੈਗਾ ਕਿ ਇੱਕ ਇਨਫਲੇਮੇਟਰੀ ਆਉਂਦੀ ਹੈਗੀ ਆ ਕਿ ਮਸਲ ਦੀ ਇਨਫਲੇਮੇਸ਼ਨ ਕਰਕੇ ਆ ਜਾਂਦੀ ਹੈ। ਸੈਕੰਡ ਇਨਫਲੇਮੇਸ਼ਨ ਆਉਂਦੀ ਹੈਗੀ ਕਿ ਇਨਫਲੇਮੇਟਰੀ ਡਿਜ਼ੀਜ਼ ਪੈਟਰਨ 'ਚ ਆਉਂਦੀ ਹੈਗੀ ਆ, ਜਿਸ ਦੇ ਵਿੱਚ RA ਫੈਕਟਰ ਆ ਜਾਂਦਾ ਹੈਗਾ, ਐਨਕਲਾਈਜ਼ਿੰਗ ਸਪੌਂਡਲਾਈਟਿਸ ਆ ਜਾਂਦਾ ਹੈਗਾ, ਫਿਰ ਆਰਥਰਾਈਟਿਸ, ਜੁਵੈਨਾਈਲ ਆਰਥਰਾਈਟਿਸ ਆ ਜਾਂਦਾ ਹੈਗਾ। ਤਾਂ ਇਹਨਾਂ ਕੰਡੀਸ਼ਨਾਂ ਕਰਕੇ ਜਿਹੜੀ ਚੇਂਜ ਆਉਂਦੀ ਹੈਗੀ ਹੈ ਉਸ ਨੂੰ ਬੋਲਦੇ ਇਨਫਲੇਮੇਟਰੀ ਚੇਂਜ। ਇਨਫਲੇਮੇਟਰੀ ਚੇਂਜ ਜਿਹੜੀ ਹੈਗੀ ਹੈ ਉਸ ਦੇ ਵਿੱਚ ਸਵੈਲਿੰਗ ਵੀ ਆਊਗੀ, ਪੇਨ ਵੀ ਹੋਊਗਾ, ਤੁਹਾਡੇ ਨੈਕ ਦਾ ਪੋਸਚਰ ਵੀ ਚੇਂਜ ਹੋਊਗਾ, ਫਿਰ ਤੁਹਾਡੇ ਜਿਹੜੀਆਂ ਆਪਣੇ ਹੈਬਿਟ ਚੇਂਜ ਵੀ ਹੋਣੀਆਂ, ਕਿਉਂਕਿ ਜਦੋਂ ਪੇਨ ਆਉਂਦੀ ਹੈਗੀ ਹੈ ਤਾਂ ਉਸ ਦੇ ਵਿੱਚ ਤੁਹਾਡਾ ਪੋਸਚਰ ਚੇਂਜ ਹੋਣ ਕਰਕੇ ਤੁਹਾਡੀ ਬੋਡੀ ਦੀ ਪੋਜੀਸ਼ਨ ਵੀ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਉਸ ਦੇ ਵਿੱਚ ਜਿਹੜੇ ਹੈਗੇ ਆ ਗਰਦਨ ਦੇ ਲੋਡੋਸਟਿਕ ਜਿਹੜੀ ਕਰਵੇਚਰ ਜਿਹੜੇ ਹੈਗਾ, ਨਾਰਮਲ ਕਰਵੇਚਰ ਹੈਗਾ ਗਰਦਨ ਦਾ, ਉਹ ਚੇਂਜ ਹੋ ਜਾਂਦਾ ਹੈਗਾ, ਔਰ ਤੁਹਾਡੇ ਸੂਲ ਸਪਾਈਨ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਚੇਂਜ ਆਉਣਾ ਸ਼ੁਰੂ ਹੋ ਜਾਂਦਾ। ਨੈਕਸਟ ਆਪਾਂ ਗੱਲ ਕਰਦੇ ਹੈਗੇ ਆ ਕੋਈ ਪੈਥੋਲੋਜੀਕਲ ਕੰਡੀਸ਼ਨ। ਪੈਥੋਲੋਜੀਕਲ ਕੰਡੀਸ਼ਨ ਵਿੱਚ ਕੀ ਹੁੰਦਾ ਕਿ ਜਿਵੇਂ ਕਿਸੇ ਦੇ ਬ੍ਰੇਨ ਦੇ ਵਿੱਚ ਕੋਈ ਟਿਊਮਰ ਆ ਜਾਂਦਾ ਹੈਗਾ, ਗਰਦਨ ਦੇ ਵਿੱਚ ਕੋਈ ਟਿਊਮਰ ਆ ਜਾਂਦਾ ਹੈਗਾ, ਕੋਈ ਪੈਥੋਲੋਜੀਕਲ ਦੇ ਵਿੱਚ ਕੋਈ ਆਸਟੀਓਪੋਰੋਸਿਸ ਕੰਡੀਸ਼ਨ ਆ ਜਾਂਦੀ ਹੈਗੀ ਹੈ, ਫਿਰ ਕੋਈ ਐਸੋਸੀਏਟਡ ਮੈਡੀਕਲ ਕੰਡੀਸ਼ਨ ਆ ਜਾਂਦੀ ਹੈਗੀਆਂ, ਉਸ ਦੇ ਕਰਕੇ ਵੀ ਜਿਹੜੀ ਹੈਗੀ ਹੈ ਗਰਦਨ ਵਿੱਚ ਚੇਂਜ ਆ ਜਾਂਦੀ ਆ। ਔਰ ਇੱਕ ਆਪਾਂ ਕਰਦੇ ਸੈਡੈਂਟਰੀ ਲਾਈਫਸਟਾਈਲ ਜੀ। ਉਸ ਪੇਸ਼ੈਂਟ ਦਾ ਕੀ ਹੁੰਦਾ ਹੈਗਾ ਕਿ ਕਿੱਤਾ ਹੀ ਇਹੋ ਜਿਹਾ ਹੋ ਜਾਂਦਾ ਵੀ ਜਿਸਨੇ ਕੋਈ ਲਗਾਤਾਰ ਜਿਹੜਾ ਝੁੱਕ ਕੇ ਵਰਕ ਕਰ ਰਿਹਾ ਹੈਗਾ, ਕੰਪਿਊਟਰ ਤੇ ਬੈਠਾ ਵਰਕ ਕਰ ਰਿਹਾ ਹੈਗਾ। ਹੁਣ ਜਿਵੇਂ ਦਰਜੀ ਹੈ, ਦਰਜੀ ਨੇ ਸਾਰਾ ਦਿਨ ਆਪਣਾ ਗਰਦਨ ਨੂੰ ਨੀਵਾਂ ਕਰਕੇ ਉਸਨੇ ਸਿਲਾਈ ਕਰਨੀ ਹੈਗੀ ਹੈ। ਫਿਰ ਉਸ ਤੋਂ ਬਾਅਦ ਕੰਪਿਊਟਰ ਤੇ ਜਿਹੜਾ ਬੈਠਦਾ ਹੈਗਾ, ਕੰਪਿਊਟਰ ਬੈਠਣ ਦੇ ਸਮੇਂ ਉਹ ਲਗਾਤਾਰ ਗਰਦਨ ਦੇ ਬਿਲਕੁਲ ਸਾਹਮਣੇ ਪੋਸਚਰ ਵਿੱਚ ਬੈਠ ਕੇ ਕਰੀ ਜਾਂਦਾ ਹੈਗਾ। ਤਾਂ ਲਗਾਤਾਰ ਝੁਕਣ ਦੇ ਕਰਕੇ ਕੀ ਹੈਗਾ ਕਿ ਉਸ ਤੇ ਗਰਦਨ ਦੇ ਉੱਪਰ ਜਿਹੜੀ ਮਾਸਪੇਸ਼ੀ ਹੈ ਉਹ ਖਿੱਚੀ ਜਾਂਦੀ ਹੈਗੀ ਆ। ਤਾਂ ਉਸ ਮਾਸਪੇਸ਼ੀ ਖਿੱਚਣ ਕਰਕੇ ਜਿਹੜੀ ਚੀਜ਼ ਹੁੰਦੀ ਹੈ ਉਹ ਡਿਫਰੈਂਟ ਹੁੰਦੀ ਹੈ। ਜਿਹੜੀਆਂ ਡੀਜਨਰੇਸ਼ਨ ਚੇਂਜ ਦੂਜੀਆਂ ਹੱਡੀਆਂ ਦੇ ਵਿੱਚ ਜਿਹੜੀ ਬਣਤਰ ਕਰਕੇ ਚੇਂਜ ਹੁੰਦੀ ਹੈ ਉਹ ਡਿਫਰੈਂਟ ਹੁੰਦੀ ਹੈਗੀ ਆ। ਪਰ ਜੇਕਰ ਆਪਾਂ ਗੱਲ ਕਰੀਏ ਕਿ ਗਰਦਨ ਦੀ ਪੇਨ ਆ ਰਹੀ ਹੈ ਤਾਂ ਗਰਦਨ ਦੀ ਜਿਹੜੀ ਪੇਨ ਹੈਗੀ ਹੈ, ਗਰਦਨ ਦੇ ਦਰਦ ਹੈਗਾ, ਉਹ ਹਰੇਕ ਕੰਡੀਸ਼ਨ ਦਾ, ਹਰੇਕ ਪੇਸ਼ੈਂਟ ਦਾ ਬਿਲਕੁਲ ਅਲੱਗ-ਅਲੱਗ ਹੁੰਦੀ ਹੈਗੀ। ਜੀ, ਤੇ ਹੁਣ ਸਰ ਬਹੁਤ ਸਾਰੇ ਕਾਰਨ ਤੁਸੀਂ ਸਾਨੂੰ ਦੱਸਦੇ, ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਲਏ, ਹਨਾ, ਜਿਹੜੇ ਸ਼ਾਇਦ ਆਪਾਂ ਕਹਿ ਲਈਏ ਵੀ ਮੈਡੀਕਲ ਭਾਸ਼ਾ ਦੇ ਅਕੋਰਡਿੰਗਲੀ ਜੋ ਤੁਸੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਜੇ ਅਸੀਂ ਸਿੰਪਲ ਜੀ ਭਾਸ਼ਾ ਦੇ ਵਿੱਚ, ਸਰਲ ਜੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਇੱਕ ਵਿਅਕਤੀ ਨੂੰ ਕਿਉਂ, ਮਤਲਬ ਕੀ ਕਾਰਨ ਹੋ ਸਕਦੇ ਆ ਜਿਹਦੇ ਕਰਕੇ ਗਰਦਨ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਥੋੜਾ ਜਿਹਾ ਸਾਨੂੰ ਮਤਲਬ ਆਮ ਭਾਸ਼ਾ 'ਚ, ਤਾਂ ਕਿ ਸਾਡੇ ਦਰਸ਼ਕਾਂ ਨੂੰ ਸਮਝ ਆ ਜੇ, ਤੇ ਜੇਕਰ ਹੋ ਸਕਦਾ ਤਾਂ ਉਹ ਉਹਨਾਂ ਗੱਲਾਂ ਨੂੰ ਅਵੋਇਡ ਕਰ ਲੈਣ ਤੇ ਉਹਨਾਂ ਨੂੰ ਉਹ ਸਮੱਸਿਆ ਹੋਵੇ ਹੀ ਨਾ। ਦੇਖੋ ਜੀ ਖੁਸ਼ੀ ਜੀ, ਗਰਦਨ ਦਾ ਜਿਹੜਾ ਦਰਦ ਹੈ, ਗਰਦਨ ਦਾ ਦਰਦ ਆਪਾਂ ਜੇ ਸ਼ੁਰੂਆਤ ਕਰੀਏ ਆਪਾਂ ਬਚਪਨ ਤੋਂ, ਤਾਂ ਬੱਚੇ ਦਾ ਜਿਹੜਾ ਪੋਸਚਰ ਹੈਗਾ ਉਹ ਸਹੀ ਹੋਣਾ ਚਾਹੀਦਾ ਜੀ। ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਉਹਦਾ ਪੋਸਚਰ ਜਿਵੇਂ ਜਿਵੇਂ ਸਹੀ ਹੁੰਦਾ ਰਹੂਗਾ, ਗਰਦਨ ਦੀ ਮੂਵਮੈਂਟ ਹੁੰਦੀ ਰਹੂਗੀ, ਗਰਦਨ ਦੀ ਹਿਲਜੁਲ ਹੁੰਦੀ ਰਹੂਗੀ, ਉਸ ਨੂੰ ਕੋਈ ਦਿੱਕਤ ਨਹੀਂ ਆਊਗੀ, ਬੁਢਾਪੇ ਤੱਕ ਉਸ ਨੂੰ ਦਿੱਕਤ ਨਹੀਂ ਆਊਗੀ। ਜੇਕਰ ਬਚਪਨ ਬੱਚਾ ਹੈਗਾ, ਆਪਾਂ ਬੱਚੇ ਨੂੰ ਇਹ ਕਹੀਏ ਕਿ ਜੀ ਤੁਸੀਂ ਜ਼ਿਆਦਾ ਬੋਝ ਨਹੀਂ ਉਠਾਉਣਾ, ਕਿਉਂਕਿ ਅੱਜ ਕੱਲ੍ਹ ਸਭ ਤੋਂ ਵੱਡਾ ਜਿਹੜਾ ਬੋਝ ਬੱਚਿਆਂ ਦੇ ਵਿੱਚ ਦੇਖਣ ਨੂੰ, ਮੈਂ ਆਪਣੀ OPD ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ, ਤਾਂ ਸਭ ਤੋਂ ਵੱਡਾ ਬੋਝ ਆ ਰਿਹਾ ਹੈਗਾ ਕਿ ਉਹਨਾਂ ਦੇ ਬੈਗ ਜੀ। ਜਦੋਂ ਬੱਚਾ ਬੈਗ ਨੂੰ ਸਹੀ ਪੋਜੀਸ਼ਨ ਵਿੱਚ ਨਹੀਂ ਚੱਕਦਾ, ਆਪਾਂ ਇਹ ਨਹੀਂ ਕਹਿੰਦੇ ਕਿ ਬੈਗ ਚੱਕੋ ਨਾ, ਅਸੀਂ ਕਹਿੰਦੇ ਕਿ ਪੋਜੀਸ਼ਨ ਹੋਣੀ ਚਾਹੀਦੀ ਹੈ, ਉਸਦਾ ਪੋਸਚਰ ਹੋਣਾ ਚਾਹੀਦਾ, ਬੈਗ ਚੱਕਣ ਦੀ ਜਿਹੜੀ ਸਮਰੱਥਾ ਹੋਣੀ ਚਾਹੀਦੀ ਹੈ। ਜਦੋਂ ਜ਼ਿਆਦਾ ਭਾਰ ਚੱਕਦੇ ਹੈਗੇ ਆ, ਜਦੋਂ ਜ਼ਿਆਦਾ ਭਾਰ ਪਿੱਠ ਦੇ ਉੱਪਰ ਚੱਕਣਗੇ ਤਾਂ ਉਹਦੇ ਨਾਲ ਕੀ ਹੈਗਾ ਕਿ ਬੱਚੇ ਦੇ ਜਿਹੜਾ ਮੋਢੇ ਜਿਹੜੇ ਹੈਗਾ ਸਟ੍ਰੈਚ ਪਾਉਣਗੇ। ਤਾਂ ਜਦੋਂ ਮੋਢਾ ਸਟ੍ਰੈਚ ਹੋਊਗਾ ਤੇ ਬੱਚਾ ਪਿੱਠ ਵੱਲ ਨੂੰ ਜ਼ਿਆਦਾ ਜਾਣਾ ਸ਼ੁਰੂ ਕਰਦਾ ਤਾਂ ਉਹ ਗਰਦਨ ਨੂੰ ਅੱਗੇ ਫਾਰਵਰਡ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਉਸ ਸਮੇਂ ਬੱਚੇ ਦੇ ਗਰਦਨ ਦੇ ਉੱਪਰ ਖਿੱਚ ਪੈਂਦੀ ਰਹਿੰਦੀ ਹੈ। ਸ਼ੁਰੂਆਤ ਬੱਚੇ ਦੀ ਉੱਥੋਂ ਹੁੰਦੀ ਹੈ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈਗਾ ਤਾਂ ਉਹਦੀ ਗਰਦਨ ਦੀ ਜਿਹੜੀ ਪੋਸਚਰ ਜਿਹੜਾ ਹੈਗਾ, ਇੱਕ ਪੋਜੀਸ਼ਨ ਜਿਹੜੀ ਹੈਗੀ ਹੈ, ਉਹ ਹਮੇਸ਼ਾ ਗਰਦਨ ਨੂੰ ਫਾਰਵਰਡ ਰੱਖਣ ਦੀ ਕੋਸ਼ਿਸ਼ ਕਰਦਾ ਹੈਗਾ। ਜਦੋਂ ਬੱਚਾ ਅੱਗੇ ਰੱਖਣ ਦੀ ਕੋਸ਼ਿਸ਼ ਕਰਦਾ, ਮਸਲ ਨੇ ਬਚਪਨ ਤੋਂ ਲੈ ਕੇ ਉਸ ਦੀ ਜਵਾਨੀ ਤੱਕ ਜਿਹੜਾ ਹੈਗਾ, ਜਿਵੇਂ ਜਿਵੇਂ ਅੱਗੇ ਵੱਡਾ ਹੁੰਦਾ ਜਾਊਗਾ, ਉਹ ਮਸਲ ਜਿਹੜੀ ਹੈਗਾ ਪੋਜੀਸ਼ਨਾਂ ਚੇਂਜ ਹੁੰਦੀਆਂ ਜਾਂਦੀਆਂ। ਹੁਣ ਉਹ ਗਰਦਨ ਨੂੰ ਪੋਜੀਸ਼ਨ ਵਿੱਚ ਤਾਂ ਲੈ ਕੇ ਨਹੀਂ ਆਉਂਦਾ ਹੈਗਾ ਵੀ ਜਿਹੜੀ ਮੇਰੀ ਸਹੀ ਪੋਜੀਸ਼ਨ ਹੈ,
तो ਬੱਚਾ ਉਸੇ ਪੋਜੀਸ਼ਨ 'ਚ ਰੱਖੂਗਾ ਜਿਹੜੇ ਵਿੱਚ ਗਰਦਨ ਨੂੰ ਸਟ੍ਰੈਚ ਪੈਂਦਾ ਰਹਿੰਦਾ ਹੈਗਾ। ਜਦੋਂ ਬੱਚੇ ਦੇ ਮਸਲ ਖਿੱਚੇ ਜਾਂਦੇ ਆ ਤਾਂ ਉਹਦੀ ਜਿਹੜੀ ਹੈਗੀ ਆ ਦਰਦ ਦੀ ਪੋਜੀਸ਼ਨ ਜਿਹੜੀ ਹੈਗੀ ਆ ਉਹ ਵਧੀ ਜਾਂਦੀ ਹੈ ਜੀ। ਜਦੋਂ ਹੁਣ ਬੱਚਾ ਵੱਡਾ ਹੋ ਜਾਂਦਾ ਹੈਗਾ ਤਾਂ ਉਸ ਸਮੇਂ ਕੀ ਹੈ ਕਿ ਉਸ 'ਤੇ ਜਿਹੜੀ ਉਮਰ ਦੇ ਹਿਸਾਬ 'ਤੇ ਉਸ ਦੇ ਉੱਪਰ ਸਟ੍ਰੈਸ ਹੋਰ ਵੱਧ ਜਾਂਦਾ, ਉਸ ਦੇ ਕੰਮਕਾਰ ਦੇ ਹਾਲਾਤ ਜਿਹੜੇ ਹੈਗੇ ਆ ਉਹ ਚੇਂਜ ਹੋ ਜਾਂਦੇ ਹੈਗੇ ਆ। ਤੇ ਜਦੋਂ ਕੰਮਕਾਰ ਦੇ ਹਾਲਾਤ ਚੇਂਜ ਹੁੰਦੇ ਹੈਗੇ ਆ ਉਹ ਆਪਣੇ ਵਰਕਲੋਡ ਨੂੰ ਮੇਨਟੇਨ ਕਰਨ ਵਾਸਤੇ ਉਹ ਲਗਾਤਾਰ ਆਪਣੀ ਪੋਜੀਸ਼ਨ ਜਿਹੜੀ ਹੈਗੀ ਆ ਗਰਦਨ ਦੀ ਉਸੇ ਪੋਜੀਸ਼ਨ 'ਚ ਰੱਖਣ ਦੀ ਕੋਸ਼ਿਸ਼ ਕਰਦਾ। ਤਾਂ ਜਦੋਂ ਉਸ ਦੀ ਪੋਜੀਸ਼ਨ ਉਹ ਰਹਿੰਦੀ ਹੈਗੀ ਹੈ ਤਾਂ ਫਿਰ ਉਸ ਦੇ ਵਿੱਚ ਜਿਹੜਾ ਹੈਗਾ ਉਸ ਦੇ ਵਿੱਚ ਜਿਹੜੇ ਗਰਦਨ ਦੇ ਮਸਲ ਖਿੱਚੇ ਜਾਂਦੇ ਆ, ਵਰਟੀਬਲ ਪੋਜੀਸ਼ਨ ਚੇਂਜ ਹੋ ਜਾਂਦੀ ਹੈਗੀ ਹੈ। ਉਸ ਵਰਟੀਬਲ ਪੋਜੀਸ਼ਨ ਇੱਕ ਹੀ ਜਗ੍ਹਾ 'ਤੇ ਰਹਿਣ 'ਤੇ, ਮਸਲ ਇੱਕ ਹੀ ਜਗ੍ਹਾ 'ਤੇ ਰਹਿਣ 'ਤੇ ਉਸ ਦੇ ਆਸਟੀਓਫਾਈਟਸ ਜਿਹੜੇ ਸਪਰ ਜਿਹੜੇ ਹੈਗੇ ਆ ਉਹ ਬਣਨੇ ਸ਼ੁਰੂ ਹੋ ਜਾਂਦੇ ਆ। ਫਿਰ ਉਸ ਤੋਂ ਬਾਅਦ ਜਿਹੜੀ ਡਿਸਕ ਹੈ, ਡਿਸਕ ਦੇ ਉੱਪਰ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ। ਡਿਸਕ 'ਤੇ ਪ੍ਰੈਸ਼ਰ ਵਧੂਗਾ ਤਾਂ ਉਸ ਦੀ ਗਰਦਨ ਦੀ ਜਿਹੜੀ ਹੈਗੀ ਆ ਜਿਹੜੀ ਪੇਨ ਜਿਹੜੀ ਹੈਗੀ ਹੈ ਉਹ ਲਗਾਤਾਰ ਵਧਣੀ ਸ਼ੁਰੂ ਹੋ ਜਾਂਦੀ ਹੈਗੀ। ਹੁਣ ਜਦੋਂ ਓਲਡ ਏਜ ਹੋ ਜਾਂਦੀ ਹੈ, ਬੁਢਾਪਾ ਆਉਣਾ ਸ਼ੁਰੂ ਹੋ ਜਾਂਦਾ, ਤਾਂ ਬੁਢਾਪੇ ਵਿੱਚ ਕੀ ਹੈ ਕਿ ਹੁਣ ਉਸ ਦੀ ਪੋਜੀਸ਼ਨ ਤਾਂ ਉਹੀ ਰਹੀ ਹੈ ਜੀ, ਬੁਢਾਪੇ ਵਿੱਚ ਚੇਂਜ ਨਹੀਂ ਹੋਈ, ਉਹਦੀ ਮੂਵਮੈਂਟ ਘੱਟ ਜਾਂਦੀ ਹੈ। ਜਦੋਂ ਗਰਦਨ ਦੀ ਮੂਵਮੈਂਟ ਘਟੂਗੀ ਤਾਂ ਉਹਦੇ ਵਿੱਚ ਉਹ ਚੇਂਜ ਜਿਹੜੀ ਹੈਗੀ ਹੈ ਉਹ ਜਿਹੜੀ ਗਰਦਨ ਦੇ ਸਾਈਡਾਂ 'ਤੇ ਮਸਲ ਹੈ, ਲਿਗਾਮੈਂਟ ਹੈ, ਉਹ ਸਟਿਫ ਹੋਣੇ ਸ਼ੁਰੂ ਹੋ ਜਾਣਗੇ। ਮਸਲ ਉਸ ਨੂੰ ਪੋਜੀਸ਼ਨ 'ਚ ਰੱਖਣਾ ਸ਼ੁਰੂ ਕਰ ਦੂਗੀ। ਹੁਣ ਮਸਲ ਹੀ ਨਹੀਂ ਹਿੱਲੂਗੀ ਤਾਂ ਬੋਨ ਨਹੀਂ ਹਿੱਲੂਗੀ, ਲਿਗਾਮੈਂਟ ਜਿਹੜੇ ਹੈ ਟਾਈਟ ਹੋਣੇ ਸ਼ੁਰੂ ਹੋ ਜਾਣਗੇ। ਤਾਂ ਉਸ ਦੇ ਕਰਕੇ ਕੀ ਹੈ ਕਿ ਇੱਕ ਸਟਿਲ ਪੋਸਚਰ ਹੋਣ ਕਰਕੇ ਗਰਦਨ ਦੀ ਪੋਜੀਸ਼ਨ ਹੋਰ ਵੱਧ ਜੂਗੀ, ਪੇਨ ਹੋਰ ਵੱਧ ਜੂਗਾ। ਤਾਂ ਪੇਨ ਵਧਣ ਦੇ ਨਾਲ ਕੀ ਹੈ ਕਿ ਉਹਦੀ ਜਿਹੜੀ ਸਪਾਈਨਲ ਕੋਰਡ ਹੈ, ਸੁਖਮਣਾ ਨਾੜੀ ਹੈ, ਉਸ 'ਤੇ ਪ੍ਰੈਸ਼ਰ ਵਧੂਗਾ। ਉਸ ਦੇ ਪ੍ਰੈਸ਼ਰ ਕਰਕੇ ਉਸ ਦੇ ਅੱਗੇ ਹੱਥਾਂ ਦਾ ਰੁਕਣਾ, ਹੱਥਾਂ ਵਿੱਚ ਸੁੰਨਪੁਣਾ ਆਉਣਾ, ਲੱਤਾਂ ਦਾ ਰੁਕਣਾ, ਇਹ ਚੀਜ਼ਾਂ ਜਿਹੜੀਆਂ ਵੱਧ ਜਾਂਦੀਆਂ। ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਬਚਾਅ ਕਿਵੇਂ ਕਰੀਏ। ਹੁਣ ਪਹਿਲਾ ਬਚਾਅ ਕੀ ਹੈ ਕਿ ਪਹਿਲਾ ਬਚਾਅ ਆਪਾਂ ਕਰਨਾ ਹੈ ਕਿ ਬੱਚੇ ਦੇ ਵਿੱਚ ਉਸ ਦੀ ਪੋਸਚਰ ਨੂੰ ਚੇਂਜ ਕਰਵਾਈਏ। ਜਦੋਂ ਬੱਚਾ ਗਰਦਨ ਗਾਂਹ ਕਰਕੇ ਰੱਖਦਾ, ਅੱਗੇ ਕਰਕੇ ਰੱਖਦਾ, ਤਾਂ ਬੱਚੇ ਨੂੰ ਕਹੀਏ ਕਿ ਆਪਣੀ ਗਰਦਨ ਸਿੱਧੀ ਕਰਕੇ ਰੱਖ ਜੀ। ਫਿਰ ਉਸ ਤੋਂ ਬਾਅਦ ਹਰ ਰੋਜ਼ ਬੱਚੇ ਨੂੰ ਇਹ ਕਹੀਏ ਕਿ ਵੀ ਤੁਸੀਂ 10 ਵਾਰ ਗਰਦਨ ਨੂੰ ਅੱਗੇ ਕਰਨਾ, 10 ਵਾਰ ਗਰਦਨ ਨੂੰ ਪਿੱਛੇ ਕਰਨਾ। ਹੁਣ ਮੈਂ ਤੁਹਾਡੇ ਜ਼ਰੀਏ ਇੱਕ ਮੈਂ ਡੈਮੋ ਵੀ ਦੇ ਦੇਣਾ ਜੀ ਕਿ ਪਹਿਲਾਂ ਗਰਦਨ ਨੂੰ 10 ਵਾਰ ਬੱਚੇ ਨੂੰ ਕਹਿਣਾ ਕਿ ਇਸ ਨੂੰ ਅੱਗੇ ਲੈ ਕੇ ਜਾਵੇ, ਫਿਰ ਗਰਦਨ ਨੂੰ ਹੌਲੀ ਹੌਲੀ ਇਸ ਨੂੰ ਪਿੱਛੇ ਲੈ ਕੇ ਜਾਵੇ, ਫਿਰ ਗਰਦਨ ਨੂੰ ਜਿਹੜਾ ਹੈਗਾ ਇਹ ਕੰਨ ਜਿਹੜਾ ਹੈਗਾ ਮੋਢੇ ਦੇ ਨਾਲ ਲਾਣਾ, 10 ਵਾਰ ਗਰਦਨ ਨੂੰ ਕੰਨ ਨੂੰ ਸਾਈਡ 'ਤੇ ਲੈ ਕੇ ਜਾਣਾ, ਫਿਰ ਇਸ ਨੂੰ ਦੂਜੇ ਸਾਈਡ ਵੱਲ ਲੈ ਕੇ ਜਾਣਾ, ਫਿਰ ਗਰਦਨ ਨੂੰ ਮੋੜ ਕੇ ਮੋਢੇ ਦੀ ਦੂਜੀ ਪਾਰ ਦੇਖਣਾ, ਫਿਰ ਉਸ ਤੋਂ ਅਗਲੀ ਸਾਈਡ ਵੱਲ ਦੇਖਣਾ ਹੈਗਾ। ਹੁਣ ਇਹ ਐਕਸਰਸਾਈਜ਼ ਬੱਚੇ ਨੂੰ ਕਿਹਾ ਜਾਵੇ ਵੀ ਤੂੰ ਹਰ ਰੋਜ਼ ਕਰਨੀ ਹੈ। ਫਿਰ ਉਸ ਤੋਂ ਬਾਅਦ ਉਸ ਨੂੰ ਕਹਿਣਾ ਕਿ ਦੋਨੇ ਮੋਢੇ ਕੰਨਾਂ ਨਾਲ ਲਾਣ, ਫਿਰ ਇਸ ਨੂੰ ਹੌਲੀ ਹੌਲੀ ਰਿਲੈਕਸ ਕਰੇ, ਦੋਨੇ ਮੋਢੇ ਪਿੱਛੇ ਸਟ੍ਰੈਚ ਕਰੇ, ਫਿਰ ਰਿਲੈਕਸ ਕਰੇ, ਫਿਰ ਇਸ ਨੂੰ ਪਿੱਛੇ ਸਟ੍ਰੈਚ ਕਰੇ, ਫਿਰ ਰਿਲੈਕਸ ਕਰੇ। ਜਦੋਂ ਬੱਚੇ ਤੋਂ ਤੁਸੀਂ ਸ਼ੁਰੂਆਤ ਵਿੱਚ ਹੀ ਉਸ ਦੇ ਵਿੱਚ ਇਹ ਆਦਤ ਪਾ ਦੋਗੇ ਤਾਂ ਬੱਚੇ ਦੇ ਨਾ ਤਾਂ ਗਰਦਨ ਪੇਨ ਆਊਗੀ, ਨਾ ਮੋਢਿਆਂ ਵਿੱਚ ਦਰਦ ਹੋਊਗਾ। ਈਵਨ ਕਿ ਜੇਕਰ ਬੱਚਾ ਭਾਰੀ ਤੋਂ ਭਾਰੀ ਬੋਝ ਵੀ ਉਠਾਉਂਦਾ, ਬਸਤਾ ਆਪਣਾ ਬੈਗ ਉਠਾਉਂਦਾ, ਤਾਂ ਬੱਚੇ ਵਿੱਚ ਕਦੇ ਗਰਦਨ ਦੀ ਪੇਨ ਨਹੀਂ ਆਊਗੀ। ਫਿਰ ਹੁਣ ਜਿਵੇਂ ਆਪਾਂ ਅੱਗੇ ਵੱਡੇ ਜਦੋਂ ਬੱਚਾ ਜਿਵੇਂ ਵੱਡਾ ਹੋ ਜਾਂਦਾ ਹੈਗਾ, ਮੋਬਾਈਲ ਫੜ ਲੈਂਦਾ। ਹੁਣ ਆਪਣੇ ਵਿੱਚ ਵੀ ਕੀ ਹੈਗਾ ਕਿ ਆਪਾਂ ਮੋਬਾਈਲ ਜਿਹੜਾ ਹੈਗਾ ਗਰਦਨ ਨੂੰ ਆਪਾਂ ਮੋੜਦੇ ਹੀ ਨਹੀਂ, ਸਿਰਫ ਮੋਬਾਈਲ ਦੇ ਉੱਪਰ ਜਿਹੜਾ ਹੈਗਾ ਸਟਿਲ ਪੋਜੀਸ਼ਨ 'ਚ ਰੱਖਦੇ ਹੈਗੇ ਆ। ਤਾਂ ਜਦੋਂ ਅੱਜ ਕੱਲ੍ਹ ਜਿਹੜੀ ਰਿਸਰਚ ਆਈ ਹੈਗੀ ਆ ਉਹ ਕੀ ਕਹਿੰਦੀ ਹੈਗੀ ਆ ਵੀ ਜਦੋਂ ਤੁਸੀਂ ਜਿਹੜਾ ਮੋਬਾਈਲ ਦੇਖਦੇ ਹੋ ਨਾ, ਤੇ ਮੋਬਾਈਲ ਆਪਾਂ ਕੀ ਕਰਦੇ ਹਾਂ ਇਸ ਪੋਜੀਸ਼ਨ 'ਚ ਦੇਖਦੇ ਹਾਂ। ਇਸ ਪੋਜੀਸ਼ਨ ਵਿੱਚ ਜਿਹੜੀ ਗਰਦਨ ਜਿਹੜੀ ਹੈਗੀ ਹੈ ਆਪਣੇ 5 ਡਿਗਰੀ ਐਂਗਲ ਤੋਂ ਉੱਪਰ ਆ ਜਾਂਦੀ ਹੈ। ਜਦੋਂ 5 ਡਿਗਰੀ ਐਂਗਲ ਤੋਂ ਆਪਣਾ ਗਰਦਨ ਮੁੜ ਜਾਂਦੀ ਹੈ ਜ਼ਿਆਦਾ, ਤਾਂ ਉਸ ਸਮੇਂ ਆਪਣੀ ਖੋਪੜੀ ਤੋਂ ਲੈ ਕੇ ਆਪਣੇ ਦੋਨੇ ਸਕੈਪਲਾ, ਜਿਸ ਨੂੰ ਆਪਾਂ ਮੋਰ ਕਹਿੰਦੇ ਆ, ਦੋਨੇ ਸਕੈਪਲਾ ਤੱਕ ਖਿੱਚ ਪੈਂਦੀ ਹੈ। ਜਦੋਂ ਖਿੱਚ ਪੈਂਦੀ ਹੈ ਤਾਂ ਮਸਲ ਦੇ ਉੱਪਰ ਜਿਹੜਾ ਗਰਦਨ ਦੇ ਉੱਪਰ ਲੋਡ ਵਧਣਾ ਸ਼ੁਰੂ ਹੋ ਜਾਂਦਾ ਮਸਲ ਦਾ। ਤਾਂ ਜਦੋਂ ਉਸ ਦਾ ਸਟ੍ਰੈਸ ਜ਼ਿਆਦਾ ਪੈਂਦਾ ਉਸ ਸਮੇਂ ਜਿਹੜਾ ਹੈਗਾ ਪੇਨ ਵੱਧਦੀ ਹੈ। ਤਾਂ ਕੋਸ਼ਿਸ਼ ਹੋਵੇ ਕਿ ਜਿਹੜੀ ਆਪਾਂ ਮੋਬਾਈਲ ਵੀ ਵੇਖਦੇ ਆ ਆਪਾਂ ਗਰਦਨ ਦੇ ਉੱਪਰ 5 ਡਿਗਰੀ ਐਂਗਲ ਤੱਕ ਲੈ ਕੇ ਜਾਈਏ ਵੀ ਗਰਦਨ ਦੇ ਉੱਪਰ ਜਿਹੜਾ ਲੋਡ ਹੀ ਨਾ ਵਧੇ। ਤਾਂ ਜਦੋਂ ਲੋਡ ਨਹੀਂ ਵਧੂਗਾ ਗਰਦਨ ਦੇ ਉੱਪਰ ਬਚਾਅ ਹੁੰਦਾ ਰਹੂਗਾ। ਇੱਕ ਸਵਾਲ ਮੈਂ ਤੁਹਾਨੂੰ ਟੋਕ ਕੇ ਹੋਰ ਪੁੱਛਣਾ ਚਾਹੂੰਗੀ। ਹੁਣ ਜਿਹੜੇ ਮਤਲਬ ਮੇਰੇ ਵਰਗੇ ਲੋਕ ਨੇ ਨਾ, ਫਿਰ ਉਹ ਇਹਦਾ ਹੱਲ ਇਹ ਕੱਢਦੇ ਨੇ ਕਿਉਂਕਿ ਸਾਨੂੰ ਐ ਹੁੰਦਾ ਵੀ ਸਮੱਸਿਆ ਨਾ ਹੋਵੇ, ਤਾਂ ਅਸੀਂ ਫਿਰ ਪੈ ਕੇ ਮੋਬਾਈਲ ਦੇਖਣ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਜਿਹੜਾ ਪੈ ਕੇ ਵੀ ਆਪਾਂ ਮੋਬਾਈਲ ਦੇਖਦਾ ਉਹ ਤੇ ਵੀ ਅੱਖਾਂ ਤੇ ਸਟ੍ਰੈਸ ਜ਼ਿਆਦਾ ਪਊਗਾ। ਇੱਕ ਉਹ ਪੋਜੀਸ਼ਨ ਪੋਸਚਰ ਚੇਂਜ ਹੋ ਜਾਂਦਾ ਹੈਗਾ। ਹੁਣ ਤੁਸੀਂ ਜੇ ਪੈ ਕੇ ਵੀ ਸਿੱਧਾ ਪੈ ਕੇ ਦੇਖੋਗੇ, ਅੱਖਾਂ ਦੇ ਉੱਪਰ ਵੀ ਸਟ੍ਰੈਸ ਪਊਗਾ ਤੇ ਗਰਦਨ ਦੇ ਉੱਪਰ ਜਦੋਂ ਹੱਥ ਐਵੇਂ ਰੱਖੋਗੇ ਤੁਸੀਂ ਇਸ ਪੋਜੀਸ਼ਨ 'ਚ ਪੈ ਕੇ ਦੇਖੋਗੇ ਤਾਂ ਤੁਹਾਡੇ ਸ਼ੋਲਡਰ ਤੇ ਇਫੈਕਟ ਪਊਗਾ। ਮਸਲ ਨੇ ਤਾਂ ਕਿਸੇ ਪਾਸੇ ਖਿੱਚਣਾ ਹੈ ਨਾ, ਤੇ ਕੋਸ਼ਿਸ਼ ਇਹ ਹੋਵੇ ਵੀ ਆਪਾਂ ਉਸ ਪੋਜੀਸ਼ਨ ਨੂੰ ਜਿਹੜਾ ਹੈਗਾ ਜੇਕਰ ਲੇਟ ਕੇ ਟੇਢਾ ਲੇਟ ਕੇ ਦੇਖੋਗੇ ਤਾਂ ਵੀ ਇੱਕ ਪਾਸੇ ਦੀ ਮਸਲ ਵਰਕ ਹੋਊਗਾ। ਤੇ ਕੋਸ਼ਿਸ਼ ਕਰੋ ਕਿ ਜਿਹੜਾ ਗਰਦਨ ਦੀ ਜਿਹੜੀ ਹੈਗੀ ਹੈ ਉਹ 5 ਡਿਗਰੀ ਤੱਕ ਹੀ ਜਾਵੇ। ਜੇਕਰ ਆਪਾਂ 5 ਡਿਗਰੀ ਤੋਂ ਉੱਪਰ ਲੈ ਕੇ ਜਾਂਦੇ ਹਾਂ ਗਰਦਨ ਨੂੰ ਤਾਂ ਉਹ ਤੇ ਮਸਲ ਤੇ ਸਟ੍ਰੈਸ ਪਊਗਾ। ਤੇ ਮਸਲ ਨੂੰ ਆਪਾਂ ਬਚਾਉਣ ਵਾਸਤੇ ਇਹੀ ਹੈ ਕਿ ਆਪਾਂ ਜਿਹੜੀ ਹੈਗੀ ਆ ਉਸ ਦੀ ਪੋਜੀਸ਼ਨ ਚੇਂਜ ਕਰ ਲਓ।
ਜੀ, ਤਾਂ ਮੇਰਾ ਖਿਆਲ ਹੈ ਵੀ ਦਰਸ਼ਕੋ ਸਾਰਿਆਂ ਨੂੰ ਸਮਝ ਆ ਗਈ ਹੋਊਗੀ ਵੀ ਅੱਜ ਕੱਲ੍ਹ ਜਿਹੜੀ ਸਾਡੀ ਸਾਰਿਆਂ ਤੋਂ ਵੱਡੀ ਸਮੱਸਿਆ ਤੇ ਜਿਹ ਤੋਂ ਅਸੀਂ ਮੇਰਾ ਖਿਆਲ ਹੈ ਵੀ ਪਿੱਛਾ ਨਹੀਂ ਛੁਡਾ ਸਕਦੇ ਹੈ ਨਾ, ਵੀ ਯਾਨੀ ਸਾਡਾ ਖਹਿੜਾ ਨਹੀਂ ਛੁੱਟ ਸਕਦਾ, ਉਹ ਇਹ ਹੈ ਵੀ ਅਸੀਂ ਮੋਬਾਈਲ ਜ਼ਿਆਦਾ ਦੇਖਦੇ ਹਾਂ। ਪਰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਉਹਨੂੰ ਦੇਖਣ ਦਾ ਜੇਕਰ ਤੁਸੀਂ ਤਰੀਕਾ ਬਦਲ ਲਓ ਤਾਂ ਉਹਦੇ ਨਾਲ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਨੂੰ ਗਰਦਨ ਦੇ ਨਾਲ ਸੰਬੰਧੀ ਜੋ ਦਰਦ ਵਾਲੀਆਂ ਸਮੱਸਿਆਵਾਂ ਹੋ ਸਕਦੀਆਂ ਨੇ, ਇਹਨਾਂ ਤੋਂ ਅਸੀਂ ਪਿੱਛਾ ਛੁਡਾ ਸਕਦੇ ਹਾਂ। ਕਿਉਂਕਿ ਸ਼ੁਰੂਆਤ ਦਰਦ ਤੋਂ ਹੁੰਦੀ ਹੈ, ਉਸ ਤੋਂ ਬਾਅਦ ਹੋ ਸਕਦਾ ਇਨਫਲੇਮੇਸ਼ਨ ਹੋ ਜਾਵੇ ਤੇ ਫਿਰ ਹੋ ਸਕਦਾ ਸਾਨੂੰ ਸਰਵਾਈਕਲ ਦੀ ਸਮੱਸਿਆ ਜਿਹੜੀ ਪੱਕੇ ਤੌਰ ਤੇ ਹੋ ਜਾਵੇ। ਫਿਰ ਜੇ ਤਾਂ ਸ਼ੁਰੂ ਦੇ ਵਿੱਚ ਹੀ ਅਸੀਂ ਕੰਟਰੋਲ ਕਰ ਲਵਾਂਗੇ ਤਾਂ ਸ਼ਾਇਦ ਸਾਨੂੰ ਘੱਟ ਮਿਹਨਤ ਕਰਨ ਦੀ ਲੋੜ ਪਊਗੀ, ਪਰ ਜਦੋਂ ਸਮੱਸਿਆ ਸਾਡੇ ਸਾਹਮਣੇ ਆ ਜਾਂਦੀ ਹੈ ਫਿਰ ਉਹਦੇ ਵਾਸਤੇ ਸਾਨੂੰ ਦਵਾਈਆਂ ਬੂਟੀਆਂ ਦਾ ਵੀ ਸਹਾਰਾ ਲੈਣਾ ਪੈਂਦਾ ਤੇ ਹੋ ਸਕਦਾ ਕਿ ਸਾਡੀ ਸਮੱਸਿਆ ਲੰਬਾ ਸਮਾਂ ਸਾਨੂੰ ਤਕਲੀਫ ਦੇ ਸਾਡੇ ਦੀ ਰਵੇ। ਤੇ ਹੁਣ ਸਰ ਜੇ ਆਪਾਂ ਗੱਲ ਅਗਲੀ ਕਰੀਏ ਵੀ ਇਲਾਜ ਦੀ, ਤਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਮੰਨ ਲਓ ਕਿਸੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਹੋਊਗੀ, ਕਿਉਂਕਿ ਇਹ ਆਮ ਜੀ ਗੱਲ ਹੈ, ਜਿਵੇਂ ਜਦੋਂ ਅਸੀਂ ਜ਼ਿਆਦਾ ਮੋਬਾਈਲ ਦੇਖਦੇ ਹਾਂ ਨੋ ਡਾਊਟ ਸਾਡੀਆਂ ਅੱਖਾਂ ਤੇ ਵੀ ਅਸਰ ਪੈਂਦਾ ਤੇ ਸਾਡੀ ਹੱਡੀ ਤੇ ਵੀ ਅਸਰ ਪੈ ਰਿਹਾ ਹੈਗਾ। ਤੇ ਫਿਰ ਫਿਜ਼ੀਓਥੈਰੇਪੀ ਦੇ ਵਿੱਚ ਇਸ ਦਾ ਕੀ ਇਲਾਜ ਹੈ, ਜਾਂ ਫਿਰ ਜਿਵੇਂ ਤੁਸੀਂ ਸਾਨੂੰ ਛੋਟੀ ਜਿਹੀ ਡੈਮੋ ਤਾਂ ਦੇਤੀ ਕਿ ਬਚਪਨ ਤੋਂ ਬੱਚੇ ਨੂੰ ਅਸੀਂ ਜੇਕਰ ਇਹ ਵਾਲੀਆਂ ਕਸਰਤਾਂ ਸਿਖਾਈਏ ਤਾਂ ਉਹਨੂੰ ਇਹ ਸਮੱਸਿਆਵਾਂ ਹੋਣਗੀਆਂ ਹੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ। ਪਰ ਮੰਨ ਲਓ ਕਿਸੇ ਨੂੰ ਇਹ ਪ੍ਰੋਬਲਮ ਹੋ ਗਈ, ਕਿਸੇ ਨੂੰ ਸਰਵਾਈਕਲ ਹੋ ਗਿਆ ਜਾਂ ਸਰਵਾਈਕਲ ਥੋੜਾ ਬਹੁਤ ਰਹਿਣ ਲੱਗ ਪਿਆ ਜਾਂ ਲੱਛਣ ਆਉਣੇ ਸ਼ੁਰੂ ਹੋ ਗਏ, ਤਾਂ ਉਹ ਕਿਹੜੀਆਂ ਕਸਰਤਾਂ ਘਰੇ ਕਰ ਸਕਦਾ ਕਿ ਉਹਦਾ ਇਲਾਜ ਹੋ ਜੇ, ਜਾਂ ਫਿਰ ਫਿਜ਼ੀਓਥੈਰੇਪੀ ਦੇ ਰਾਹੀਂ ਕਿਵੇਂ ਠੀਕ ਕਰ ਸਕਦੇ ਹਾਂ? ਖੁਸ਼ਪ੍ਰੀਤ ਜੀ, ਮੈਂ ਤੁਹਾਡੇ ਕੁਐਸਚਨ ਤੋਂ ਪਹਿਲਾਂ ਦਰਸ਼ਕਾਂ ਨੂੰ ਤੁਹਾਡੇ ਜਰੀਏ ਦੱਸਣਾ ਚਾਹਣਾ ਕਿ ਪਹਿਲਾਂ ਆਪਾਂ ਗੱਲ ਕਰਦੇ ਸੀ ਬਚਪਨ ਦੀ, ਫਿਰ ਆਪਾਂ ਗੱਲ ਕੀਤੀ ਜਦੋਂ ਬੱਚਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ। ਹੁਣ ਆਪਾਂ ਜਦੋਂ ਬੱਚਾ ਵੱਡਾ ਹੁੰਦਾ ਉਹਦੇ ਕੰਮਕਾਰ ਦੇ ਵਿੱਚ ਆਪਾਂ ਕੀ ਉਹਦੇ ਵਿੱਚ ਉਹਨਾਂ ਨੂੰ ਦਿੱਕਤਾਂ ਆਉਂਦੀਆਂ। ਹੁਣ ਜਿਹੜੇ ਬੱਚੇ ਲਗਾਤਾਰ ਪੜ੍ਹਾਈ ਕਰਦੇ ਹੈਗੇ ਆ, ਤਾਂ ਪੜ੍ਹਾਈ ਕਰਦੇ ਸਮੇਂ ਕੀ ਹੈ ਕਿ ਉਹ ਆਪਣੇ ਟੇਬਲ ਦੀ ਪੋਜੀਸ਼ਨ, ਆਪਣੇ ਪੜ੍ਹਨ ਦਾ ਤਰੀਕਾ ਉਹਨਾਂ ਦਾ ਡਿਫਰੈਂਟ ਹੋ ਜਾਂਦਾ। ਜੇਕਰ ਆਪਣਾ ਪੜ੍ਹਨ ਦਾ ਤਰੀਕਾ ਜਿਹੜਾ ਹੈਗਾ ਉਹ ਸਹੀ ਹੋ ਜੇ, ਆਪਣੇ ਬੈਠਣ ਦੀ ਪੋਜੀਸ਼ਨ ਸਹੀ ਹੋ ਜੇ, ਤਾਂ ਉਹਨਾਂ ਦੇ ਵਿੱਚ ਵੀ ਦਿੱਕਤ ਨਹੀਂ ਆਊਗੀ। ਹੁਣ ਆਉਂਦਾ ਹੈਗਾ ਕਿ ਜਿਹੜੇ ਕੰਮਕਾਜੀ ਹੈ, ਜੇਕਰ ਆਫਿਸ ਵਾਲੇ ਹੈਗੇ ਆ, ਜੇਕਰ ਆਫਿਸ ਵਾਲਿਆਂ ਦੇ ਵਿੱਚ ਉਹਨਾਂ ਦੇ ਇੱਕ ਉਸ ਨੂੰ ਬੋਲਦੇ ਸੀ ਐਰਗੋਨੋਮਿਕ ਕੇਅਰ, ਜੇਕਰ ਉਹਨਾਂ ਨੂੰ ਕੰਮਕਾਰ ਦਾ ਤਰੀਕਾ ਦੱਸਿਆ ਜਾਵੇ ਕਿ ਉਸਨੇ ਬੈਠਣਾ ਕਿਵੇਂ ਹੈ, ਉਸਨੇ ਕੰਮ ਕਰਦੇ ਸਮੇਂ ਆਪਣੀ ਪੋਜੀਸ਼ਨ ਕਿਵੇਂ ਰੱਖਣੀ ਹੈ, ਆਪਣੇ ਸ਼ੋਲਡਰ ਦੀ ਪੋਜੀਸ਼ਨ ਕਿਵੇਂ ਰੱਖਣੀ ਹੈ, ਆਪਣੀ ਗਰਦਨ ਦੀ ਪੋਜੀਸ਼ਨ ਕਿਵੇਂ ਰੱਖਣੀ ਹੈ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਹੱਥਾਂ ਦੀ ਪੋਜੀਸ਼ਨ ਕਿਵੇਂ ਰੱਖਣੀ ਹੈ, ਆਪਣੀ ਬੈਕ ਦੀ ਪੋਜੀਸ਼ਨ ਕਿਵੇਂ ਰੱਖਣੀ ਹੈ, ਤਾਂ 70 ਤੋਂ 80% ਉਹਨਾਂ ਦੀ ਗਰਦਨ ਦੀ ਪੋਜੀਸ਼ਨ ਹੀ ਜਿਹੜੀ ਹੈਗੀ, ਦਰਦ ਦੀ ਜਿਹੜੀ ਪੋਜੀਸ਼ਨ ਆਉਂਦੀ ਹੈ ਉਹ ਖਤਮ ਹੋ ਜਾਏਗੀ। ਹੁਣ ਆਉਂਦਾ ਹੈਗਾ ਕਿ ਜਿਹੜੇ ਘਰੇਲੂ ਕੰਮ ਕਰਦੇ ਹੈਗੇ ਆ, ਹੁਣ ਘਰੇਲੂ ਕੰਮ ਦੇ ਵਿੱਚ ਲੇਡੀਜ਼ ਕੰਮ ਕਰਦੀਆਂ, ਸਭ ਤੋਂ ਵੱਡੀ ਜਿਹੜੀ ਪੋਜੀਸ਼ਨ ਜਦੋਂ ਚੇਂਜ ਹੁੰਦੀ ਹੈ, ਸਭ ਤੋਂ ਵੱਧ ਜਿਹੜੇ ਪੇਸ਼ੈਂਟ ਮੇਰੇ ਕੋਲ ਆਉਂਦੇ ਆ ਉਹ ਆਉਂਦੇ ਹੈਗੇ ਆ ਪਿੰਡਾਂ ਦੇ। ਤਾਂ ਪਿੰਡਾਂ ਦੇ ਵਿੱਚ ਜਿਹੜੀਆਂ ਮਹਿਲਾਵਾਂ ਆਉਂਦੀਆਂ ਜਾਂ ਫਿਰ ਜੈਂਟਸ ਜਿਹੜੇ ਆਉਂਦੇ ਹੈਗੇ ਆ, ਜਿਹੜੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆਉਂਦੇ ਆ, ਜਿਹੜੇ ਪਿੰਡਾਂ 'ਚ ਆਉਂਦੇ, ਉਹਨਾਂ ਦੀ ਸਮੱਸਿਆਵਾਂ ਪਹਿਲਾਂ ਤਾਂ ਲੇਡੀਜ਼ ਦੀ ਸਮੱਸਿਆਵਾਂ ਦੱਸੀਏ। ਤਾਂ ਲੇਡੀਜ਼ ਦੀ ਸਮੱਸਿਆਵਾਂ ਕੀ ਹੈ ਕਿ ਉਹਨਾਂ ਦੇ ਵਿੱਚ ਆਉਂਦੀ ਹੈ ਜੀ ਮੇਰੇ ਗਰਦਨ ਦਰਦ ਕਰਦੀ ਹੈ। ਗਰਦਨ ਕਿਵੇਂ ਦਰਦ ਕਰਦੀ ਹੈ? ਜੇ ਮੈਂ ਕੋਈ ਭਾਰੀ ਚੀਜ਼ ਚੱਕ ਲੈਣੀ ਹੈ ਤਾਂ ਦਰਦ ਕਰਨ ਲੱਗ ਪੈਂਦੀ ਹੈ, ਜੇ ਮੈਂ ਬੱਠਲ ਚੱਕ ਲੈਣੀ ਤਾਂ ਦਰਦ ਕਰਦੀ ਹੈ, ਜੇ ਮੈਂ ਰੋਟੀ ਬਣਾਉਣੀ ਹੈ ਤਾਂ ਦਰਦ ਕਰਦੀ ਹੈ। ਤਾਂ ਹੁਣ ਉਸ ਦੇ ਵਿੱਚ ਕੀ ਹੈ ਕਿ ਜੇਕਰ ਆਪਾਂ ਉਸ ਨੂੰ ਆਪਾਂ ਕੰਮ ਇੱਕ ਡਿਵਾਈਡ ਤੌਰ 'ਤੇ ਕਰ ਦਈਏ, ਜੇਕਰ ਉਹ ਪਹਿਲਾਂ ਕੰਮ ਕਰਦੀ ਹੈ ਕੋਈ ਬਾਲਟੀ ਚੱਕ ਕੇ ਲੈ ਕੇ ਆਉਂਦੀ ਹੈ, ਜੇਕਰ ਉਹ ਜਿਹੜੀ ਬਾਲਟੀ ਉਹ 20 ਕਿਲੋ ਦੀ ਚੱਕਦੀ ਹੈ, ਉੱਥੇ ਆਪਾਂ 5 ਕਿਲੋ ਦੀ ਕਰ ਦਈਏ, ਤਾਂ ਉਸ ਦੇ ਵਿੱਚ ਵੀ ਜਿਹੜੀ ਹੈਗੀ ਹੈ ਗਰਦਨ ਨੂੰ ਸਟ੍ਰੈਚ ਘੱਟ ਪਊਗੀ। ਜੇਕਰ ਉਹ ਲਗਾਤਾਰ ਗਰਦਨ ਨੂੰ ਨਿਓ ਕੇ ਕੰਮ ਕਰਦੀ ਹੈ, ਤਾਂ ਉਹਦੇ ਵਿੱਚ ਕੀ ਹੈ ਕਿ ਜਿੱਥੇ ਉਹ ਨਿਓ ਕੇ ਜ਼ਿਆਦਾ ਉਸਨੂੰ ਪਤਾ ਲੱਗਦਾ ਕਿ ਮੇਰੀ ਜਿਹੜੀ ਹੈਗੀ ਗਰਦਨ ਜ਼ਿਆਦਾ ਚੁੱਕਦੀ ਹੈ, ਤਾਂ ਉੱਥੇ ਜੇਕਰ ਚਕਲਾ ਦੇ ਉੱਪਰ ਵੇਲਣ ਦੇ ਉੱਪਰ ਉਹ ਰੋਟੀ ਵੇਲਦੀ ਹੈ, ਤਾਂ ਉਸ ਅੱਜ ਕੱਲ੍ਹ ਚਕਲੇ ਜਿਹੜੇ ਵੇਲਣ ਵਾਲੇ ਆਉਂਦੇ ਆ ਉਹਨਾਂ ਦੀ ਹਾਈਟ ਵੱਡੀ ਹੁੰਦੀ ਹੈ, ਉੱਚੀ ਹੁੰਦੀ ਹੈ, ਉਸ ਨੂੰ ਉੱਚੀ ਹਾਈਟ 'ਤੇ ਬਿਠਾ ਲਈਏ। ਜੇਕਰ ਹੁਣ ਉਹਨਾਂ ਦੇ ਕੋਈ ਸਿਰ ਦੇ ਉੱਪਰ ਬੋਝ ਚੱਕਦੇ ਹੈਗੇ ਆ, ਜਿੱਥੇ ਸਿਰ ਦੇ ਉੱਪਰ ਬੋਝ ਚੱਕਦੇ ਹੈ ਤਾਂ ਕੋਸ਼ਿਸ਼ ਕੀ ਹੋਵੇ ਕਿ ਇੱਕ ਤਾਂ ਉਹ ਗਰਦਨ ਦੀ ਵਰਜਿਸ਼ਾਂ ਸ਼ੁਰੂ ਕਰ ਦੇਣ, ਅਤੇ ਸੈਕਿੰਡ ਕੀ ਹੈ ਕਿ ਉਹ ਜਿਹੜੇ ਉੱਪਰ ਬੋਝ ਚੱਕਦੇ ਹੈ ਉਹਨਾਂ ਦਾ ਜਿਹੜਾ ਬੋਝ ਹੈਗਾ ਉਹ ਘੱਟ ਹੋ ਜਾਏ, ਤਾਂ ਉਸ ਦੇ ਨਾਲ ਵੀ ਜਿਹੜੀ ਗਰਦਨ ਦੇ ਵਿੱਚ ਬਚਾਅ ਹੋ ਸਕਦਾ ਹੈਗਾ। ਹੁਣ ਗੱਲ ਕਰਦੇ ਹਾਂ ਆਪਾਂ ਕਿ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਆ, ਤਾਂ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ? ਜਿਹੜੇ ਕਈ ਦਾ ਕੰਮ ਕਰਦੇ ਆ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜੇ ਖੇਤਾਂ ਦੇ ਵਿੱਚ ਜਦੋਂ ਖਾਲ ਪੱਟਦੇ ਹੈ ਜਾਂ ਫਿਰ ਵੈਸੇ ਕੋਈ ਚੀਜ਼ ਦੀ ਗੁਡਾਈ ਕਰਦੇ ਹੈਗੇ ਆ, ਤਾਂ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਝੁੱਕ ਕੇ ਲਗਾਤਾਰ ਕੰਮ ਕਰਨਾ ਪੈਂਦਾ। ਉਹਨਾਂ ਦੀ ਬੈਕ ਵਿੱਚ ਵੀ ਪ੍ਰੋਬਲਮ ਰਹਿੰਦੀ ਹੈਗੀ ਹੈ, ਸਭ ਤੋਂ ਵੱਡੀ ਪ੍ਰੋਬਲਮ ਰਹਿੰਦੀ ਉਹਨਾਂ ਦੀ ਬੈਕ ਦੀ ਆ ਜਾਂਦੀ ਹੈਗੀ ਹੈ, ਗਰਦਨ ਦੀ ਆ ਜਾਂਦੀ ਹੈ। ਕੋਈ ਬੋਝ ਚੱਕ ਕੇ ਚੱਲਦੇ ਆ, ਤਾਂ ਕੋਸ਼ਿਸ਼ ਇਹ ਹੋਵੇ ਕਿ ਉਹਨਾਂ ਦੀ ਗਰਦਨ ਦੇ ਵਿੱਚ ਜਿਹੜੀਆਂ ਗਰਦਨ ਨੂੰ ਮਜ਼ਬੂਤ ਕਰਨ ਵਾਲੀ ਵਰਜਿਸ਼ ਹੈ, ਇੱਕ ਤਾਂ ਉਹ ਕਰਨਾ ਸ਼ੁਰੂ ਕਰ ਦੇਣ, ਔਰ ਦੂਜੀ ਹੈਗੀ ਹੈ ਕਿ ਉਹ ਜਿਹੜਾ ਬੋਝ ਚੱਕਦੇ ਹੈਗੇ ਆ ਉਸ ਨੂੰ ਇੱਕ ਮੋਡੀਫਾਈਡ ਤਰੀਕੇ ਨਾਲ ਚੱਕਣ, ਕਿ ਕੋਈ ਚੀਜ਼ ਜਿਹੜੀ ਹੈਗੀ ਹੈ ਉਹ ਰੇੜੂ ਵਾਲੀ ਚੀਜ਼ ਬਣਾ ਲੈਣ, ਜਾਂ ਫਿਰ ਜਿਹੜਾ ਹੈਗਾ ਕੋਈ ਜਿਹੜਾ ਦੋਨੇ ਹੱਥਾਂ ਨਾਲ ਚੱਕਣਾ ਸ਼ੁਰੂ ਕਰ ਦੇਣ, ਤਾਂ ਫਿਰ ਜਾ ਕੇ ਗਰਦਨ ਦੀ ਜਿਹੜੀ ਸਮੱਸਿਆ ਹੈਗੀ ਹੈ ਉਹ ਬਚਾਅ ਹੋ ਸਕਦਾ। ਗੱਲ ਕਰਦੇ ਹੈਗੇ ਆ ਕਿ ਪ੍ਰੀਕਾਸ਼ਨ ਦੀ ਕੀ ਕਰਨਾ ਚਾਹੀਦਾ ਉਹਨਾਂ ਵਿੱਚ ਜੇ ਗਰਦਨ ਪੇਣੀ ਨਾ ਹੋਵੇ। ਬੁਢਾਪੇ ਵਿੱਚ ਕੀ ਹੈ ਕਿ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ, ਹੱਡੀਆਂ ਵੀ ਜੁੜਨਾ ਸ਼ੁਰੂ ਹੋ ਜਾਂਦੀਆਂ, ਮਸਲ ਵੀ ਜੁੜ ਜਾਂਦੇ ਆ, ਲਿਗਾਮੈਂਟ ਵੀ ਜੁੜ ਜਾਂਦੇ ਆ,
ਤੇ ਉਹਨਾਂ ਦੇ ਜਿਹੜੀ ਅੰਦਰ ਸੁਖਮਨਾ ਨਾੜੀ ਹੈ ਉਹਦੇ ਤੇ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ। ਤਾਂ ਹੁਣ ਬੁਢਾਪੇ ਦੇ ਜਿਹੜੇ ਮਰੀਜ਼ ਹੁੰਦੇ ਹੈਗੇ ਆ, ਗਰਦਨ ਵਿੱਚ ਦਰਦ ਹੁੰਦੀ ਹੈ, ਤਾਂ ਉਹਨਾਂ ਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਪਹਿਲਾਂ ਸਟ੍ਰੈਚਿੰਗ ਐਕਸਰਸਾਈਜ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। ਪਹਿਲਾਂ ਇੱਕ ਤਾਂ ਰੇਂਜ ਆਫ ਮੋਸ਼ਨ, ਜਿਸ ਨੂੰ ਅਸੀਂ ਮੋਬਿਲਿਟੀ ਐਕਸਰਸਾਈਜ਼ ਬੋਲਦੇ ਹਾਂ, ਗਰਦਨ ਦੀ ਹਿਲ ਜੁਲਣ ਵਾਲੀ ਐਕਸਰਸਾਈਜ਼ਾਂ ਤੇ ਸਟ੍ਰੈਚਿੰਗ ਐਕਸਰਸਾਈਜ਼, ਤਾਂ ਕਿ ਇੱਕ ਤਾਂ ਮਸਲ ਦੀ ਸ਼ਾਰਟਨਿੰਗ ਨਾ ਹੋਊਗੀ, ਗਰਦਨ ਦੀ ਜਿਹੜੀ ਹੈਗੀ ਆ, ਜਿਹੜਾ ਘੁਮਾਵ ਹੈ, ਹੱਡੀਆਂ ਦਾ ਜਿਹੜਾ ਮੁੜਨਾ ਹੈਗਾ, ਹੱਡੀਆਂ ਦਾ ਹਿਲਣਾ ਜੁਲਣਾ ਹੈਗਾ, ਉਹ ਵਧਣਾ ਹੋਣਾ ਚਾਹੀਦਾ ਹੈਗਾ। ਤਾਂ ਉਹਦੇ ਵਿੱਚ ਗਰਦਨ ਦੀ ਸਮੱਸਿਆ ਨਹੀਂ ਆਊਗੀ ਤੇ ਜਿਹੜਾ ਸਪਾਈਨਲ ਕੋਰਡ ਤੇ ਪ੍ਰੈਸ਼ਰ ਹੈ ਉਹ ਜਿਹੜਾ ਹੈਗਾ ਉਹ ਘਟਦਾ ਜਾਊਗਾ। ਹੁਣ ਮੈਂ ਤੁਹਾਨੂੰ ਇੱਕ ਡੈਮੋ ਦਿੰਦਾ ਹੈਗਾ ਕਿ ਬੁਢਾਪੇ ਦੇ ਵਿੱਚ ਗਰਦਨ ਨੂੰ ਕਿਵੇਂ ਮੂਵ ਕਰਨਾ ਹੈਗਾ ਤੇ ਕਿਵੇਂ ਸਟ੍ਰੈਚਿੰਗ ਕਰਨੀ ਹੈ। ਜਿਵੇਂ ਬੱਚਿਆਂ ਦੇ ਵਿੱਚ ਮੈਂ ਪਹਿਲਾਂ ਦੱਸਿਆ ਹੋਇਆ ਸੀਗਾ ਵੀ ਗਰਦਨ ਨੂੰ 10-10 ਵਾਰੀ ਮੂਵ ਕਰਨਾ, ਉਸੇ ਤਰ੍ਹਾਂ ਬੁਢਾਪੇ ਵਿੱਚ ਇਸ ਨੂੰ 30-30 ਵਾਰੀ ਮੂਵ ਕਰਨਾ ਹੁੰਦਾ ਕਿ ਕਿਉਂਕਿ 30 ਵਾਰੀ ਤਾਂ ਮੂਵ ਕਰਨਾ ਹੈ ਕਿਉਂਕਿ ਹੱਡੀਆਂ ਜਿਹੜੀਆਂ ਹੈਗੀਆਂ, ਜਿਹੜੀ ਸਪਾਈਨ ਜਿਹੜੀ ਹੈਗੀ ਹੈ, ਮਸਲ ਜਿਹੜੀ ਹੈਗੀ ਆ, ਉਹ ਸਟਿਫ ਕਰਕੇ ਰੱਖਦੀ ਹੈ। ਤਾਂ ਉਹਦੀ ਜਿਹੜੀ ਮੂਵਮੈਂਟ ਵਾਸਤੇ, ਉਹਦੀ ਲੈਗਸਿਟੀ ਵਾਸਤੇ, ਉਸ ਦੀ ਜਿਹੜੀ ਰੈਪੀਟੇਸ਼ਨ ਆ ਉਹ ਵਧਾਉਣੇ ਪੈਂਦੇ ਹੈਗੇ ਆ। ਤਾਂ ਹੁਣ ਪਹਿਲਾਂ ਕੀ ਕਰਨਾ, ਗਰਦਨ ਨੂੰ ਅੱਗੇ ਝੁਕਾਉਣਾ ਹੈਗਾ, ਬਿਲਕੁਲ ਜਿਹੜੇ ਮੋਢੇ ਜਿਹੜੇ ਹੈਗੇ ਆ ਬਿਲਕੁਲ ਸਟ੍ਰੇਟ ਰਹਿਣਗੇ, ਸਟਿਲ ਰਹਿਣਾ। ਗਰਦਨ ਨੂੰ ਫਾਰਵਰਡ ਪਹਿਲਾਂ ਮੂਵ ਕਰਨਾ, ਅੱਗੇ ਨੂੰ ਪੂਰੀ ਤਰ੍ਹਾਂ ਇਸ ਨੂੰ ਜਿਹੜੀ ਠੋਡੀ ਜਿਹੜੀ ਹੈਗੀ ਆ ਛਾਤੀ ਨਾਲ ਲੱਗੇ। ਜਦੋਂ ਅੱਗੇ ਛਾਤੀ ਨਾਲ ਲਾਓਗੇ ਤਾਂ ਪਿੱਛੇ ਤੁਹਾਨੂੰ ਗਰਦਨ ਦੇ ਪਿੱਛੇ ਖਿੱਚ ਮਹਿਸੂਸ ਹੋਣੀ ਚਾਹੀਦੀ ਹੈਗੀ ਆ। ਪਹਿਲਾਂ ਤਾਂ ਇਸ ਨੂੰ 30 ਵਾਰ ਗਰਦਨ ਨੂੰ ਅੱਗੇ ਨੂੰ, ਫਿਰ 30 ਵਾਰ ਗਰਦਨ ਨੂੰ ਪਿੱਛੇ ਨੂੰ। ਫਿਰ ਉਸ ਤੋਂ ਬਾਅਦ ਕੀ ਕਰਨਾ ਕਿ ਇੱਕ ਸਾਈਡ ਤੋਂ, ਜਿਵੇਂ ਕੁਰਸੀ ਤੇ ਬੈਠ ਕੇ ਇੱਕ ਸਾਈਡ ਤੋਂ ਪਕੜ ਲਿਆ, ਮੰਜੇ ਤੇ ਬੈਠ ਕੇ ਇੱਕ ਸਾਈਡ ਤੋਂ ਪਕੜ ਲਿਆ, ਉਸ ਤੋਂ ਬਾਅਦ ਇੱਕ ਹੱਥ ਨਾਲ ਇਸ ਨੂੰ ਪਕੜ ਲਿਆ ਔਰ ਇਸ ਨੂੰ ਹੌਲੀ ਹੌਲੀ ਸਟ੍ਰੈਚ ਕਰਨਾ ਹੈਗਾ, ਇਸ ਨੂੰ ਮੂਵ ਕਰਨਾ ਹੈਗਾ। ਹੁਣ ਇਹਨੇ ਹੱਥ ਨੂੰ ਤਾਂ ਪਕੜਨਾ ਤਾਂ ਕਿ ਮੋਢਾ ਚੱਕਿਆ ਨਾ ਜਾਵੇ। ਉਸ ਤੋਂ ਬਾਅਦ ਗਰਦਨ ਨੂੰ ਹਲਕਾ ਜਿਹਾ ਇੱਧਰ ਮੂਵ ਕਰਨਾ, ਫਿਰ ਉਸ ਤੋਂ ਬਾਅਦ ਇੱਧਰ ਹੱਥ ਫੜ ਕੇ ਗਰਦਨ ਨੂੰ ਇੱਧਰ ਮੂਵ ਕਰਨਾ ਹੈਗਾ, ਫਿਰ ਉਸ ਤੋਂ ਬਾਅਦ ਗਰਦਨ ਨੂੰ 30 ਵਾਰ ਪਿੱਛੇ ਨੂੰ ਦੇਖਣਾ ਹੈਗਾ, ਫਿਰ 30 ਵਾਰ ਸਾਈਡਾਂ ਵੱਲ ਦੇਖਣਾ। ਇਹ ਤਾਂ ਸੀਗੀ ਰੇਂਜ ਆਫ ਮੋਸ਼ਨ ਐਕਸਰਸਾਈਜ਼, ਮੋਬਿਲਿਟੀ। ਹੁਣ ਹੈਗੀ ਆ ਸਟ੍ਰੈਚਿੰਗ। ਸਟ੍ਰੈਚਿੰਗ ਕੀ ਹੈ? ਸਟ੍ਰੈਚਿੰਗ ਦੇ ਵਿੱਚ ਪਹਿਲਾਂ ਬਿਲਕੁਲ ਸਟਿਲ ਬੈਠ ਕੇ ਇੱਕ ਹੱਥ ਜਿਹੜਾ ਹੈਗਾ ਗਰਦਨ ਦੇ ਪਿਛਲੇ ਪਾਸੇ ਰੱਖਣਾ, ਓਸੀਪੀਟਲ ਰੀਜਨ 'ਤੇ, ਜਿੱਥੇ ਆਪਾਂ ਗਿੱਚੀ ਬੋਲਦੇ ਹੈਗੇ ਆ, ਉਸ ਨੂੰ ਰੱਖ ਕੇ, ਹੱਥ ਨੂੰ ਰੱਖ ਕੇ ਇਸ ਨੂੰ ਹੌਲੀ ਹੌਲੀ ਇਸ ਨੂੰ ਖਿੱਚ ਪਾਣੀ ਹੈਗੀ ਹੈ 10 ਵਾਰ। ਫਿਰ ਇਸ ਨੂੰ ਪਕੜ ਕੇ ਮੱਥੇ 'ਤੇ ਹੱਥ ਰੱਖ ਕੇ ਪਿੱਛੇ ਨੂੰ ਖਿੱਚ ਪਾਣੀ ਹੈ 10 ਵਾਰ। ਫਿਰ ਸੇਮ ਕੁਰਸੀ ਨੂੰ ਸਾਈਡ ਤੋਂ ਪਕੜਨਾ, ਜਿਹੜਾ ਇੱਕ ਹੱਥ ਹੈਗਾ ਥੱਲੇ ਪਕੜ ਕੇ ਰੱਖਣਾ ਹੈਗਾ, ਦੂਜਾ ਹੱਥ ਹੈ ਕੰਨ ਦੇ ਕੋਲੇ ਪਾਉਣਾ, ਗਰਦਨ ਬਿਲਕੁਲ ਸਿੱਧੀ ਰੱਖ ਕੇ ਇਸ ਨੂੰ ਮਸਲ ਨੂੰ ਖਿੱਚ ਪਾਣੀ ਹੈਗੀ ਹੈ। ਇਸ ਨੂੰ 5 ਸੈਕਿੰਡ ਰੋਕਣਾ ਹੈਗਾ, ਫਿਰ ਇਸ ਨੂੰ ਹੌਲੀ ਹੌਲੀ ਰਿਲੈਕਸ ਕਰ ਦੇਣਾ ਹੈਗਾ। 10 ਵਾਰ ਇੱਧਰ ਕਰਨਾ, 10 ਵਾਰ ਸੇਮ ਇਸ ਨੂੰ ਦੂਜੀ ਸਾਈਡ 'ਤੇ ਖਿੱਚ ਪਾਣੀ ਹੈਗੀ ਹੈ, ਫਿਰ ਰਿਲੈਕਸ ਕਰ ਦੇਣਾ ਹੈਗਾ। ਹੁਣ ਜਿਹੜਾ ਹੱਥ ਸਾਈਡ 'ਤੇ ਪਿਆ ਸੀ ਉਸ ਨੂੰ, ਹੱਥ ਨੂੰ ਪਿੱਛੇ ਪਾਉਣਾ ਹੈਗਾ, ਗਰਦਨ ਨੂੰ ਜਿਹੜਾ ਹੈਗਾ ਮੋਢੇ ਵੱਲ ਦੇਖਣਾ ਹੈਗਾ। ਇਹ ਹੱਥ ਜਿੱਥੇ ਤੁਹਾਡੇ ਓਸੀਪੀਟਲ ਦੀ ਜਿਹਨੇ ਗਿੱਚੀ ਹੈਗੀ ਆ ਉੱਥੇ ਰੱਖਣਾ ਹੈਗਾ ਔਰ ਇਸ ਨੂੰ ਤੁਹਾਡੀ ਜੇਬ ਦੇ ਵੱਲ ਸਟ੍ਰੈਚ ਕਰਨਾ ਹੈਗਾ, ਫਿਰ ਰਿਲੈਕਸ ਕਰ ਦੇਣਾ ਹੈਗਾ। 10 ਵਾਰ ਇੱਧਰ ਕਰਨਾ ਹੈਗਾ। ਫਿਰ ਸੇਮ ਇੱਕ ਹੱਥ ਜਿਹੜਾ ਹੈਗਾ ਬਿਲਕੁਲ ਪਿਛਲੀ ਸਾਈਡ 'ਤੇ ਪਾਉਣਾ ਹੈਗਾ, ਕੁਰਸੀ ਨੂੰ ਪਿਛਲੀ ਸਾਈਡ 'ਤੇ ਪਕੜਨਾ ਹੈਗਾ, ਦੂਜੇ ਪਹਿਲਾਂ ਗਰਦਨ ਨੂੰ ਮੋੜਨਾ ਮੋਢੇ ਵੱਲ, ਫਿਰ ਇਸ ਨੂੰ ਹੱਥ ਨੂੰ ਤੁਹਾਡੇ ਓਸੀਪੀਟਲ ਰੀਜਨ 'ਤੇ ਰੱਖ ਕੇ ਇਸ ਨੂੰ ਡਾਊਨਵਰਡ ਸਟ੍ਰੈਚ ਕਰਨਾ। 10 ਵਾਰ ਇਹ ਕਰਨਾ ਹੈਗਾ। ਉਸ ਤੋਂ ਬਾਅਦ ਬਿਲਕੁਲ ਸਟਿਲ ਬੈਠ ਕੇ ਦੋਨੇ ਮੋਢੇ ਉੱਪਰ ਚੱਕਣਾ, ਇੱਥੇ 20 ਗਿਣਨਾ ਹੈਗਾ, ਜਿਵੇਂ 1 2 3 4 5 6 7 8 9 10 11 12 13 14 15 16 17 18 19 20 ਰਿਲੈਕਸ। ਫਿਰ ਸੇਮ ਇਸ ਨੂੰ ਉੱਪਰ ਚੱਕਣਾ, ਉੱਪਰ ਚੱਕ ਕੇ 20 ਗਿਣਨਾ, ਫਿਰ ਇਸ ਨੂੰ ਹੌਲੀ ਹੌਲੀ ਰਿਲੈਕਸ ਕਰਨਾ। ਇਸ ਨੂੰ 20 ਵਾਰੀ ਕਰਨਾ ਔਰ ਉਸ ਤੋਂ ਬਾਅਦ ਇੱਕ ਹੱਥ ਨੂੰ 90 ਡਿਗਰੀ ਉੱਪਰ ਚੱਕਣਾ, ਕੂਣੀ ਤੋਂ ਸਟ੍ਰੈਚ ਕਰਨਾ, ਮੋਢੇ ਤੋਂ, ਫਿਰ ਰਿਲੈਕਸ। ਫਿਰ ਦੂਜੇ ਹੱਥ ਨੂੰ ਚੱਕਣਾ, 90 ਡਿਗਰੀ ਤੱਕ ਸ਼ੋਲਡਰ ਲੈ ਕੇ ਜਾਣਾ, ਇਸ ਨੂੰ ਦੂਜੀ ਸਾਈਡ 'ਤੇ ਸਟ੍ਰੈਚ ਕਰਨਾ, ਬਿਲਕੁਲ ਰਿਲੈਕਸ। 10-10 ਵਾਰ ਇਹ ਕਰਨਾ ਹੈਗਾ। ਹੁਣ ਬੁਢਾਪੇ ਦੇ ਵਿੱਚ ਜੇਕਰ ਤੁਸੀਂ ਇਹ ਸਾਰੀਆਂ ਐਕਸਰਸਾਈਜ਼ਾਂ ਕਰਨੀਆਂ ਸ਼ੁਰੂ ਕਰ ਦਿਓ ਤਾਂ ਉਸ ਦੇ ਨਾਲ ਕੀ ਹੈ ਕਿ ਇੱਕ ਤਾਂ ਤੁਹਾਡੇ ਪੇਨ ਨਹੀਂ ਹੋਇਆ ਕਰੂ, ਦਰਦ ਨਹੀਂ ਹੋਇਆ ਕਰੂਗਾ, ਗਰਦਨ ਦੀ ਮੋਬਿਲਿਟੀ ਵਧੀਆ ਰਹੂਗੀ।
ਉਸ ਤੋਂ ਬਾਅਦ ਤੁਹਾਡਾ ਜਿਹੜਾ ਅੱਖਾਂ ਦੇ ਉੱਪਰ ਸਟ੍ਰੈਸ ਹੈ ਉਹ ਵੀ ਘਟਣਾ ਸ਼ੁਰੂ ਹੋ ਜਾਊਗਾ, ਕਿਉਂਕਿ ਦੇਖਿਆ ਜਾਂਦਾ ਹੈ ਕਿ ਜਿਵੇਂ ਜਿਵੇਂ ਤੁਹਾਡਾ ਏਜ ਵੱਧਦੀ ਹੈ ਤੁਹਾਡੇ ਗਰਦਨ ਦੀ ਮਸਲ ਜਿੰਨੀ ਟਾਈਟ ਹੋਊਗੀ, ਜਿਹੜਾ ਉਸ ਦੇ ਵਿੱਚ ਐਟਲੈਂਟੋ ਐਕਸੀਅਲ ਜੁਆਇੰਟ ਹੈ, ਓਸੀਪੀਟਲ ਦੇ ਨਾਲ ਜਿਹੜਾ ਮਸਲ ਜਿਹੜੀ ਸ਼ੁਰੂ ਹੁੰਦੀ ਹੈਗੀ ਆ ਗਰਦਨ ਦੇ ਵਿੱਚ ਜਾਂਦੀਆਂ ਹੈਗੀਆਂ, ਜੇਕਰ ਉਸ ਮਸਲ ਦੇ ਵਿੱਚ ਟਾਈਟਨੈਸ ਰਹਿੰਦੀ ਹੈ ਤਾਂ ਉਸ ਦੇ ਨਾਲ ਅੱਖਾਂ 'ਤੇ ਵੀ ਬੜਾ ਪ੍ਰੈਸ਼ਰ ਪੈਂਦਾ ਹੈਗਾ। ਜਦੋਂ ਤੁਸੀਂ ਇਹਨਾਂ ਮਸਲ ਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਹੋ ਤਾਂ ਉਸ ਦੇ ਨਾਲ ਕੀ ਹੈ ਕਿ ਤੁਹਾਡੇ ਅੱਖਾਂ ਦੇ ਉੱਪਰ ਪ੍ਰੈਸ਼ਰ ਘਟੂਗਾ, ਤੁਹਾਡਾ ਮੂਡ ਐਲੀਵੇਟ ਰਹੂਗਾ, ਤੁਹਾਡਾ ਜਿਹੜਾ ਸਟ੍ਰੈਸ ਜਿਹੜਾ ਪੈਦਾ ਹੁੰਦਾ ਹੈਗਾ ਉਹ ਸਟ੍ਰੈਸ ਘਟੂਗਾ, ਤਾਂ ਗਰਦਨ ਦੇ ਵਿੱਚ ਜਿਹੜੀ ਦਰਦ ਦੀ ਸਮੱਸਿਆ ਹੈਗੀ ਹੈ ਉਹ ਘਟਦੀ ਜਾਊਗੀ। ਅਤੇ ਜੇਕਰ ਤੁਸੀਂ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਇਹ ਸਾਰੀ ਐਕਸਰਸਾਈਜ਼ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ, ਇਹ ਸ਼ੁਰੂਆਤ ਕਰ ਦੋਗੇ ਤਾਂ ਜਿਹੜੀ ਹੈਗੀ ਹੈ ਇਹ ਆਉਣ ਵਾਲੇ ਪਹਿਲਾਂ ਕੀ ਹੈ ਕਿ ਜਿੰਨਾ ਤੁਸੀਂ ਇਸ ਨੂੰ ਪ੍ਰੀਵੈਂਸ਼ਨ ਕਰੋਗੇ, ਇੱਕ ਇਲਾਜ ਤੋਂ ਪਹਿਲਾਂ ਇੱਕ ਪਰਹੇਜ਼ ਜ਼ਰੂਰੀ ਹੈ। ਜੇਕਰ ਤੁਸੀਂ ਪਹਿਲਾਂ ਹੀ ਇਸ ਦੇ ਪ੍ਰਤੀ ਅਵੇਅਰ ਹੋ ਜਾਓਗੇ ਤਾਂ ਤੁਹਾਡੇ ਵਿੱਚ ਇਹ ਦਿੱਕਤਾਂ ਹੀ ਨਹੀਂ ਆਉਣੀਆਂ, ਅਤੇ ਜੇਕਰ ਦਿੱਕਤਾਂ ਨਹੀਂ ਆਉਣੀਆਂ ਤਾਂ ਤੁਹਾਡੀ ਜਿਹੜੀ ਹੈਗੀ ਹੈ ਗਰਦਨ ਜਿਹੜੀ ਹੈਗੀ ਹੈ ਉਹ ਬਿਲਕੁਲ ਠੀਕ ਰਹੂਗੀ, ਅਤੇ ਤੁਹਾਨੂੰ ਇਹਦੀ ਜਿਹੜੀ ਅੱਗੇ ਸਮੱਸਿਆਵਾਂ ਆਉਣੀਆਂ, ਪੇਨ ਦੀਆਂ ਸਮੱਸਿਆਵਾਂ ਆਉਣੀਆਂ, ਹੱਥ ਵਿੱਚ ਨਮਨੈਸ ਆਉਣੀ ਹੈਗੀ ਹੈ, ਸੁੰਨਪੁਣਾ ਆਉਣਾ ਹੈਗਾ, ਹੱਥ ਵਿੱਚ ਦਰਦ ਆਉਣੀ ਹੈਗੀ ਹੈ, ਹੱਥ ਦੇ ਕੰਬਣੇ ਆਉਣਾ ਸ਼ੁਰੂ ਹੋਣਾ ਹੈਗਾ, ਮੋਢੇ ਵਿੱਚ ਦਰਦ ਆਉਣੀ ਸ਼ੁਰੂ ਹੋਣੀ ਹੈਗੀ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰਿਆਂ ਤੋਂ ਨਿਜਾਤ ਮਿਲ ਜੂਗੀ। ਜੀ ਡਾਕਟਰ ਬਲਵਿੰਦਰ ਜੀ, ਤੁਸੀਂ ਬਹੁਤ ਹੀ ਸਟੀਕ ਤੇ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹੋ। ਤੇ ਹੁਣ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਵੀ ਜੇਕਰ ਕਿਸੇ ਨੂੰ ਗਰਦਨ ਦੀ ਸਮੱਸਿਆ ਹੋ ਗਈ ਆ ਤਾਂ ਫਿਜ਼ੀਓਥੈਰੇਪੀ ਦੇ ਰਾਹੀਂ ਜੇਕਰ ਉਹ ਇਲਾਜ ਕਰਾਉਣਾ ਚਾਹੁੰਦੇ ਆ ਆਪਣਾ, ਤਾਂ ਕਿੰਨਾ ਕੁ ਲੰਬਾ ਸਮਾਂ ਉਹਨਾਂ ਨੂੰ ਫਿਜ਼ੀਓਥੈਰੇਪੀ ਰਾਹੀਂ ਇਲਾਜ ਕਰਾਉਣਾ ਪਊਗਾ? ਖੁਸ਼ੀ ਜੀ, ਫਿਜ਼ੀਓਥੈਰੇਪੀ ਦੇ ਵਿੱਚ ਅਸੀਂ ਇਸ ਨੂੰ ਜਿਹੜਾ ਫਿਜ਼ੀਓਥੈਰੇਪੀ ਇਲਾਜ ਲੈਂਦੇ ਹਾਂ ਉਹਦੇ ਵਿੱਚ ਇੱਕ ਲੈਂਦੇ ਹੈਗਾ ਅਸੀਂ ਸ਼ਾਰਟ ਟਰਮ ਟਰੀਟਮੈਂਟ ਪਲਾਨ, ਇੱਕ ਹੁੰਦਾ ਲੌਂਗ ਟਰਮ ਟਰੀਟਮੈਂਟ ਪਲਾਨ। ਜਿਹੜਾ ਸ਼ਾਰਟ ਟਰਮ ਟਰੀਟਮੈਂਟ ਪਲਾਨ ਹੁੰਦਾ ਹੈਗਾ ਉਹ ਹੁੰਦਾ ਹੈਗਾ ਓਪੀਡੀ ਬੇਸਿਸ। ਤਾਂ ਓਪੀਡੀ ਬੇਸਿਸ ਵਿੱਚ ਕੀ ਹੁੰਦਾ ਹੈਗਾ ਕਿ ਅਸੀਂ ਉਸ ਦੇ ਵਿੱਚ ਹੁੰਦਾ ਹੈਗਾ ਜਿਵੇਂ 5 ਦਿਨ ਅਤੇ 7 ਦਿਨ ਅਤੇ 15 ਦਿਨ ਤੱਕ ਦਾ ਜਿਹੜਾ ਸ਼ਾਰਟ ਟਰਮ ਦੇ ਵਿੱਚ ਆਉਂਦਾ। ਇੱਕ ਹੁੰਦਾ ਲੌਂਗ ਟਰਮ ਟਰੀਟਮੈਂਟ, ਅਤੇ ਲੌਂਗ ਟਰਮ ਟਰੀਟਮੈਂਟ ਜਿਹੜਾ ਹੁੰਦਾ ਹੈਗਾ ਉਹ ਹੁੰਦਾ ਹੈਗਾ ਆਈਪੀਡੀ ਕੇਸਿਸ ਵਿੱਚ ਮੋਸਟਲੀ ਦੇਖਿਆ ਜਾਂਦਾ ਹੈਗਾ। ਲੌਂਗ ਟਰਮ ਟਰੀਟਮੈਂਟ ਜਿਹੜਾ ਹੁੰਦਾ ਹੈਗਾ ਕੁਛ ਹੋਮ ਪ੍ਰੋਗਰਾਮ ਆਉਂਦੇ ਹੈਗੇ ਆ, ਆਈਪੀਡੀ ਵਰਕ ਆਉਂਦਾ ਪਹਿਲਾਂ, ਫਿਰ ਹੋਮ ਪ੍ਰੋਗਰਾਮ ਆਉਂਦੇ ਹੈਗੇ ਆ, ਉਹ ਲੰਬਾ ਸਮਾਂ ਚੱਲਦਾ ਹੈਗਾ। ਜਿਹੜਾ ਸ਼ਾਰਟ ਟਰਮ ਟਰੀਟਮੈਂਟ ਹੁੰਦਾ, ਜਿਵੇਂ ਕਿ ਹੁਣ ਅੱਜ ਆਪਾਂ ਨੈਕ ਦੀ ਗੱਲ ਕਰਦੇ ਹੈਗੇ ਆ, ਜਿਵੇਂ ਨੈਕ ਪੇਨ ਦੇ ਵਿੱਚ ਵੀ ਕੀ ਹੁੰਦਾ ਹੈਗਾ, ਨੈਕ ਪੇਨ ਦੇ ਵਿੱਚ ਇੱਕ ਜਿਸ ਨੂੰ ਬੋਲਦੇ ਸਰਵਾਈਕੋਜੈਨਿਕ ਹੈਡੇਕ। ਸਰਵਾਈਕੋਜੈਨਿਕ ਹੈਡੇਕ ਕੀ ਹੁੰਦਾ ਕਿ ਆਪਣੇ ਜਿਹੜੀਆਂ 18 ਮਸਲ ਜਿਹੜੀਆਂ ਆਉਂਦੀਆਂ ਹੈਗੀਆਂ, ਤੁਹਾਨੂੰ ਪਹਿਲਾਂ ਮੈਂ ਗੱਲ ਕੀਤੀ ਹੈ, ਉਸ 18 ਮਸਲ ਦੇ ਵਿੱਚ ਇਹਦੇ ਵਿੱਚ ਜਿਹੜੀਆਂ ਪਹਿਲੀਆਂ 2 ਮਸਲ ਰਿਸਪੌਂਸੀਬਲ ਹੁੰਦੀਆਂ ਹੈਗੀਆਂ, ਜਿਹੜੀਆਂ ਕਿ ਇਸ ਨੂੰ ਇੱਕ ਤਾਂ ਸਪਲੇਨਸ ਮਸਲ ਆਉਂਦੀ ਹੈਗੀ ਆ, ਔਰ ਇੱਕ ਜਿਹੜੀ ਹੁੰਦੀ ਹੈਗੀ ਹੈ ਆਪਣੇ ਕੈਪੀਟਸ ਮਸਲ ਆਉਂਦੀ ਹੈਗੀ। ਉਹ ਮਸਲ ਕੀ ਕਰਦੀਆਂ, ਉਸ ਨੂੰ ਖਿੱਚਣਾ ਸ਼ੁਰੂ ਕਰ ਦਿੰਦੀਆਂ। ਜਦੋਂ ਆਪਣੇ ਖਿੱਚ ਪੈਂਦੀ ਹੈ ਤਾਂ ਉਸ ਦੇ ਕਰਕੇ ਉਹਦਾ ਪ੍ਰੈਸ਼ਰ ਜਿਹੜਾ ਹੁੰਦਾ ਹੈਗਾ ਆਪਣੇ ਜਿਹੜਾ ਐਟਲੈਂਟੋ ਐਕਸੀਅਲ ਜੁਆਇੰਟ 'ਤੇ ਪੈਣਾ ਸ਼ੁਰੂ ਹੁੰਦਾ ਹੈਗਾ, ਅਤੇ ਜਦੋਂ ਉਸ ਦੇ ਜੁਆਇੰਟ 'ਤੇ ਅਸਰ ਪੈਂਦਾ ਹੈਗਾ ਤਾਂ ਉਹਦੇ ਵਿੱਚ ਆਪਣੇ ਹੈਡੇਕ ਰਹਿਣਾ ਸ਼ੁਰੂ ਹੋ ਜਾਂਦਾ। ਉਸ ਦਾ ਮੈਡੀਕਲ ਟਰੀਟਮੈਂਟ ਵੀ ਕਰਵਾਉਂਦੇ ਰਹੀਏ ਤਾਂ ਉਸ ਦੇ ਨਾਲ ਵੀ ਪੇਸ਼ੈਂਟ 19-21 ਦਾ ਫਰਕ ਦੱਸਦਾ। ਪਰ ਮੈਂ ਬੜੇ ਕੇਸ ਵਿੱਚ ਦੇਖਿਆ ਕਿ ਜਿਹੜੇ ਲਗਾਤਾਰ ਜਿਵੇਂ ਹੁਣ ਕੰਪਿਊਟਰ ਦੇ ਉੱਪਰ ਵਰਕ ਕਰਦੇ ਰਹਿੰਦੇ ਹੈਗੇ ਹੈ, ਜਾਂ ਫਿਰ ਗਰਦਨ ਝੁਕਾ ਕੇ ਸਟੂਡੈਂਟ ਪੜ੍ਹਾਈ ਕਰਦੇ ਰਹਿੰਦੇ ਆ, ਅਤੇ ਉਹਨਾਂ ਵਿੱਚ ਇਹ ਮੈਂ ਬੜੀ ਸਮੱਸਿਆ ਦੇਖੀ ਹੈ। ਜਾਂ ਫਿਰ ਗੱਡੀ ਡਰਾਈਵ ਜਿਹੜੇ ਕਰਦੇ ਹੈਗੇ ਆ, ਉਹਨਾਂ ਵਿੱਚ ਮੈਂ ਡਰਾਈਵਰ ਜਿਹੜੇ ਹੁੰਦੇ ਆ ਉਹਨਾਂ ਵਿੱਚ ਮੈਂ ਬੜੀਆਂ ਚੀਜ਼ਾਂ ਦੇਖੀਆਂ ਵੀ ਉਹਨਾਂ ਵਿੱਚ ਉਹ ਪੇਸ਼ੈਂਟ ਬੋਲਦਾ ਹੈਗਾ ਕਿ ਜੀ ਮੇਰੇ ਨਾ ਗਰਦਨ ਦੇ ਪਿੱਛੋਂ ਇੱਕ ਖਿੱਚ ਜੀ ਪੈ ਕੇ ਮੇਰੇ ਸਿਰ ਦਰਦ ਕਰਦਾ ਰਹਿੰਦਾ ਹੈਗਾ। ਤਾਂ ਉਸ ਖਿੱਚ ਦੇ ਵਿੱਚ ਜਿਹੜਾ ਹੁੰਦਾ ਹੈਗਾ ਉਸ ਨੂੰ ਆਪਾਂ ਜਿਹੜਾ ਹੈਗਾ ਸ਼ਾਰਟ ਟਰਮ ਦੇ ਵਿੱਚ ਯੂਜ਼ ਕਰਦੇ ਹੈਗੇ ਆ ਕਿ ਉਹ 5 ਦਿਨਾਂ ਵਿੱਚ ਜਿਹੜਾ ਪੇਸ਼ੈਂਟ ਦਾ ਜਿਹੜਾ ਹੈਗਾ ਉਹ ਦਰਦ ਬਿਲਕੁਲ ਖਤਮ ਹੋ ਜਾਂਦਾ ਹੈਗਾ। ਸਰਵਾਈਕਲ ਦੇ ਵਿੱਚ ਜੇਕਰ ਮਸਲ ਕੰਪਰੈਸ਼ਨ ਸਿੰਡਰੋਮ ਆਉਂਦਾ ਹੈਗਾ, ਜਿਵੇਂ ਲਿਵੇਟਰ ਮਸਲ ਜਿਹੜੇ ਹੁੰਦੇ ਹੈਗੇ, ਲਿਵੇਟਰ ਮਸਲ ਕੰਪਰੈਸ਼ਨ ਸਿੰਡਰੋਮ ਆਉਂਦਾ ਹੈਗਾ, ਉਹ 5-7 ਦਿਨਾਂ ਵਿੱਚ ਇਹ ਸ਼ਾਰਟ ਟਰਮ ਦੇ ਵਿੱਚ ਆਉਂਦਾ ਹੈਗਾ। ਜੇਕਰ ਕਿਸੇ ਦੇ ਟ੍ਰੈਪੇਜ਼ਾਈਟਸ ਆ ਜਾਂਦਾ ਹੈਗਾ, ਟ੍ਰੈਪੀਜ਼ੀਅਸ ਮਸਲ ਸਾਈਡ ਤੋਂ ਉੱਪਰ ਲੈ ਕੇ ਸਾਈਡ ਤੱਕ ਜਾਂਦੀ ਹੈਗੀ ਆ, ਇਹਦੇ 3 ਫਾਈਬਰਸ ਹੁੰਦੇ ਆ, ਇੱਕ ਸਾਈਡ 'ਤੇ ਹੈ, ਇੱਕ ਮਿਡਲ ਫਾਈਬਰ, ਇੱਕ ਲੋਅਰ ਫਾਈਬਰ ਜਾਂਦਾ ਹੈਗਾ। ਜੇਕਰ ਇਸ ਦੇ ਵਿੱਚ ਸਪਾਜ਼ਮ ਆਉਂਦਾ ਹੈਗਾ ਉਹ ਸ਼ਾਰਟ ਟਰਮ ਕੇਸ ਹੈਗਾ, 3 ਤੋਂ 5 ਦਿਨਾਂ ਵਿੱਚ ਹੋ ਜਾਂਦਾ ਹੈਗਾ। ਫਿਰ ਉਸ ਤੋਂ ਬਾਅਦ ਜੇਕਰ ਆਪਾਂ ਵਿੱਚ ਫੇਸਟ ਲੌਕ ਹੋ ਜਾਂਦਾ ਹੈਗਾ, ਉਹ 2 ਦਿਨਾਂ ਵਿੱਚ ਠੀਕ ਹੋ ਜਾਂਦਾ। ਫੇਸਟ ਅਨਲੌਕ ਹੋ ਜਾਂਦਾ ਹੈਗਾ, ਠੀਕ ਹੋ ਜਾਂਦਾ ਹੈਗਾ। ਜੇਕਰ ਆਪਾਂ ਉਸ ਤੋਂ ਬਾਅਦ ਗੱਲ ਕਰੀਏ ਕਿ ਜਿਹੜਾ ਕੰਪਰੈਸ਼ਨ ਸਿੰਡਰੋਮ ਆ ਜਾਂਦਾ ਹੈਗਾ, ਕੰਪਰੈਸ਼ਨ ਸਿੰਡਰੋਮ ਜਿਹੜਾ ਹੁੰਦਾ ਹੈਗਾ ਉਹ 3 ਤੋਂ 5 ਦਿਨਾਂ ਵਿੱਚ ਠੀਕ ਹੋ ਜਾਂਦਾ ਹੈਗਾ, ਕਿਉਂਕਿ ਜਿਵੇਂ ਤੋਂ ਆਪਾਂ ਕੰਪਰੈਸ਼ਨ ਨੂੰ ਰਿਲੀਜ਼ ਕਰ ਦਿੰਦੇ ਹੈਗੇ ਆ, ਵਰਟੀਬਲ ਕੰਪਰੈਸ਼ਨ ਰਿਲੀਜ਼ ਹੋ ਜਾਂਦਾ ਹੈਗਾ, ਮਸਲ ਕੰਪਰੈਸ਼ਨ ਰਿਲੀਜ਼ ਹੋ ਜਾਂਦਾ ਹੈਗਾ, ਉਹ 3 ਤੋਂ 5 ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈਗਾ।
ਜੇਕਰ ਆਪਾਂ ਹੁਣ ਗੱਲ ਕਰਦੇ ਹੈਗਾ ਕਿ ਜਿਹੜਾ ਆਪਣੇ ਦੋਨੇ ਸਾਈਡਾਂ ਤੇ ਇੱਕ ਨਡਿਊਲਸ ਬਣ ਜਾਂਦੇ ਹੈਗੇ, ਟ੍ਰਿਗਰ ਪੁਆਇੰਟ, ਟੈਂਡਰ ਪੁਆਇੰਟ ਬਣ ਜਾਂਦੇ ਹੈਗਾ, ਉਸ ਨੂੰ ਆਪਾਂ ਰਿਲੀਜ਼ ਕਰ ਦਿੰਦੇ ਹੈਗੇ ਆ। ਫਿਜ਼ੀਓਥੈਰੇਪੀ ਵਿੱਚ ਟੈਕਨੀਕਸ ਹੈਗੀਆਂ, ਮਸ਼ੀਨਸ ਵੀ ਹੈਗੀਆਂ, ਜਦੋਂ ਆਪਾਂ ਉਸ ਨੂੰ ਰਿਲੀਜ਼ ਕਰ ਦਿੰਦੇ ਹਾਂ 3 ਤੋਂ 5 ਦਿਨਾਂ 'ਚ ਹੋ ਜਾਂਦਾ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਲੌਂਗ ਟਰਮ ਟਰੀਟਮੈਂਟ ਦਾ। ਲੌਂਗ ਟਰਮ ਟਰੀਟਮੈਂਟ 'ਚ ਕੀ ਹੈ ਕਿ ਜਿਵੇਂ ਹੁਣ ਕਿਸੇ ਦੇ ਹੈਡ ਇੰਜਰੀ ਤੋਂ ਬਾਅਦ ਲੌਂਗ ਟਰਮ ਟਰੀਟਮੈਂਟ ਹੋ ਜਾਂਦਾ ਹੈਗਾ, ਸਰਵਾਈਕਲ ਇੰਜਰੀ ਤੋਂ ਬਾਅਦ ਲਾਈਕ ਹੈ ਕਿ ਫ੍ਰੈਕਚਰ ਹੋ ਗਿਆ, ਫਿਰ ਉਸ ਤੋਂ ਬਾਅਦ ਕੋਈ ਸਪਾਈਨਲ ਇੰਜਰੀ ਹੋ ਜਾਂਦੀ ਹੈਗੀ ਹੈ, ਸਪਾਈਨਲ ਇੰਜਰੀ ਦੇ ਵਿੱਚ ਆਪਰੇਸ਼ਨ ਹੋ ਜਾਂਦਾ, ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਲਗਾਤਾਰ ਪਿਆ ਰਹਿੰਦਾ ਹੈਗਾ, ਉਸ ਦੀ ਕੇਅਰ ਕਰਨੀ ਆ, ਉਹਦਾ ਲੰਬਾ ਟਰੀਟਮੈਂਟ ਹੁੰਦਾ, 2 ਮਹੀਨੇ 3 ਮਹੀਨੇ ਚੱਲਾ ਜਾਂਦਾ ਹੈਗਾ। ਹੁਣ ਕਈ ਵਾਰੀ ਕੀ ਹੁੰਦਾ ਕਿ ਗਰਦਨ ਦੇ ਉੱਪਰ ਸੱਟ ਵੱਜ ਜਾਂਦੀ ਹੈ, ਉਸ 'ਤੇ ਦੋਵੇਂ ਹੱਥ ਰੁਕ ਜਾਂਦੇ ਹੈਗੇ ਆ, ਜੇ ਦੋਨੇ ਪੈਰ ਰੁਕ ਜਾਂਦੇ ਹੈਗੇ, ਜੇ ਦੋਨੇ ਹੱਥ ਦੋਨੇ ਪੈਰ ਚਾਰੇ ਰੁਕ ਜਾਂਦੇ ਹੈਗੇ ਆ, ਤਾਂ ਉਹ ਲੌਂਗ ਟਰਮ ਟਰੀਟਮੈਂਟ ਹੋ ਜਾਂਦਾ ਹੈਗਾ। ਉਸ ਦੇ ਵਿੱਚ ਜਿਹੜਾ ਹੈਗਾ 2 ਤੋਂ 3 ਮਹੀਨੇ ਤੱਕ ਦਾ ਸਮਾਂ, ਅੱਗੇ ਲੌਂਗ ਟਰਮ ਹੋਰ ਸਮਾਂ ਲੱਗ ਜਾਂਦਾ ਹੈਗਾ। ਇਹ ਅਸੀਂ ਲੌਂਗ ਟਰਮ ਟਰੀਟਮੈਂਟ ਲੈਂਦੇ ਹੈਗੇ। ਪਰ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਫਿਜ਼ੀਓਥੈਰੇਪੀ ਦੇ ਵਿੱਚ ਆਪਾਂ ਦੇਣਾ ਕੀ ਹੁੰਦਾ ਹੈਗਾ, ਤਾਂ ਉਸ ਦੇ ਵਿੱਚ ਕੀ ਹੈ ਕਿ ਇੱਕ ਆਪਾਂ ਪਿਛਲੇ ਮੈਂ ਸੈਸ਼ਨ ਵਿੱਚ ਗੱਲ ਕੀਤੀ ਸੀ, ਇੱਕ ਇਲੈਕਟ੍ਰੋਥੈਰੇਪੀ ਮੋਡੈਲਿਟੀਜ਼ ਹੁੰਦੀਆਂ ਹੈਗੀਆਂ, ਇੱਕ ਹੁੰਦੀਆਂ ਆਪਾਂ ਐਕਸਰਸਾਈਜ਼ ਮੋਡੈਲਿਟੀਜ਼। ਇਲੈਕਟ੍ਰੋਥੈਰੇਪੀ ਮੋਡੈਲਿਟੀ ਦੇ ਵਿੱਚ ਅਸੀਂ ਯੂਜ਼ ਕਰਦੇ ਹੈਗੇ ਆ ਕਿ ਉਸ ਦੇ ਵਿੱਚ ਅਲਟਰਾਸਾਊਂਡ ਥੈਰੇਪੀ ਹੈਗੀ ਹੈ, ਟੈਂਸ ਮਸ਼ੀਨ ਆ ਗਈ ਹੈ, IFT ਮਸ਼ੀਨਸ ਹੁੰਦੀ ਹੈਗੀ ਹੈ। ਫਿਰ ਉਸ ਤੋਂ ਬਾਅਦ ਅਸੀਂ ਲੇਜ਼ਰ, ਜਿਹੜਾ ਅੱਜ ਕੱਲ੍ਹ ਲੇਟੈਸਟ ਚੱਲ ਰਿਹਾ ਲੇਜ਼ਰ ਹੈਗੇ ਆ, ਸ਼ੌਕ ਵੇਵ ਥੈਰੇਪੀ ਆਉਂਦੀ ਹੈਗੀ ਆ। ਅਸੀਂ ਇਹਨਾਂ ਨੂੰ ਅਸੀਂ ਇੱਕ ਟਰੈਕਸ਼ਨ ਯੂਜ਼ ਕਰਦੇ ਹਾਂ ਵੀ ਤਾਂ ਕਿ ਦੋਨੇ ਜਿਹੜੇ ਅੰਦਰ ਆਪਣੇ ਗਰਦਨ ਦੇ ਜੋੜ ਹੈਗੇ ਉਹਨਾਂ ਮਣਕਿਆਂ ਨੂੰ ਦੂਰ ਕੀਤਾ ਜਾਵੇ। ਇਹ ਅਸੀਂ ਇਲੈਕਟ੍ਰੋਥੈਰੇਪੀ ਵਿੱਚ ਯੂਜ਼ ਕਰਦੇ ਹਾਂ। ਹੁਣ ਐਕਸਰਸਾਈਜ਼ ਵਿੱਚ ਕੀ ਹੁੰਦੇ ਆ, ਐਕਸਰਸਾਈਜ਼ ਅਸੀਂ ਸ਼ੁਰੂ ਕਰਦੇ ਹੈਗੇ ਆ ਆਈਸੋਮੈਟ੍ਰਿਕ ਐਕਸਰਸਾਈਜ਼, ਸੈਕਿੰਡ ਹੁੰਦੇ ਹੈਗੇ ਆਈਸੋਟੋਨਿਕ ਐਕਸਰਸਾਈਜ਼, ਅਤੇ ਇੱਕ ਹੁੰਦੀ ਆਈਸੋਕਨੈਟਿਕ ਐਕਸਰਸਾਈਜ਼। ਅਸੀਂ ਇਹਨਾਂ ਨੂੰ ਤਿੰਨਾਂ ਨੂੰ ਲੈ ਕੇ ਚੱਲਦੇ ਹਾਂ ਵੀ ਜਿੱਥੇ ਮਸਲ ਨੂੰ ਅਸੀਂ ਇਕੱਲੀ ਟੋਨ ਬਣਾਉਣੀ ਹੈ, ਮੂਵਮੈਂਟ ਨਹੀਂ ਚਾਹੀਦੀ, ਉੱਥੇ ਅਸੀਂ ਲੈਂਦੇ ਹਾਂ ਆਈਸੋਮੈਟ੍ਰਿਕ। ਜਿੱਥੇ ਅਸੀਂ ਮੂਵਮੈਂਟ ਵੀ ਲੈ ਕੇ ਆਉਣੀ ਹੈ ਅਤੇ ਮਸਲ ਦੀ ਸਟਰੈਂਥਨਿੰਗ ਦੇਣੀ ਹੈ, ਟੋਨ ਵੀ ਦੇਣੀ ਹੈ, ਉੱਥੇ ਅਸੀਂ ਲੈਂਦੇ ਹਾਂ ਆਈਸੋਕਨੈਟਿਕ ਐਕਸਰਸਾਈਜ਼। ਜਿੱਥੇ ਮਸਲ ਦੀ ਟੋਨ ਵੀ ਬਣਾਉਣੀ ਹੈ, ਸਟਰੈਂਥਨ ਵੀ ਕਰਨੀ ਹੈ, ਰੇਂਜ ਆਫ ਮੋਸ਼ਨ ਵੀ बढ़नी ਚਾਹੀਦੀ ਹੈ, ਉੱਥੇ ਉਸਨੂੰ ਕਨੈਟਿਕ ਆਈਸੋਕਨੈਟਿਕ ਐਕਸਰਸਾਈਜ਼ ਲੈਂਦੇ ਹੈਗੇ। ਉਸ ਦੇ ਨਾਲ ਅਸੀਂ ਯੂਜ਼ ਕਰਦੇ ਹੈਗੇ ਆ ਕਿ ਮਸਲ ਦੀ ਜਿਹੜੀ ਹੈਗੀ ਹੈ ਲੈਂਥਨ ਵੀ ਬਣਾ ਰਹੇ ਅਤੇ ਮਸਲ ਦੀ ਟੋਨ ਵੀ ਬਣੀ ਰਹੇ ਅਤੇ ਮਸਲ ਦੀ ਸਟਰੈਂਥਨ ਵੀ ਹੁੰਦੀ ਰਹੇ, ਤਾਂ ਉੱਥੇ ਅਸੀਂ ਯੂਜ਼ ਕਰਵਾਉਂਦੇ ਹੈਗੇ ਆ ਮਸਲ ਦੀ ਸਟਰੈਚਿੰਗ। ਜਿੰਨੀ ਦੇਰ ਤੱਕ ਅਸੀਂ ਇਹ ਰਿਜ਼ਿਊਮ ਨਹੀਂ ਯੂਜ਼ ਕਰਦੇ, ਉਨੀ ਦੇਰ ਤੱਕ ਅਸੀਂ ਗਰਦਨ ਦਾ ਇਲਾਜ ਨਹੀਂ ਕਰ ਸਕਦੇ। ਤਾਂ ਹੁਣ ਜਿਹੜਾ ਸਾਡੇ ਕੋਲ ਫਿਜ਼ੀਓਥੈਰੇਪਿਸਟ ਆਉਂਦਾ, ਮੈਂ ਪਿਛਲੇ ਸੈਸ਼ਨ ਵਿੱਚ ਦੱਸਿਆ ਸੀ ਕਿ ਫਿਜ਼ੀਓਥੈਰੇਪੀ ਜਿਹੜੀ ਹੈਗੀ ਹੈ 4.5 ਸਾਲ ਦੀ ਬੈਚਲਰ ਡਿਗਰੀ ਹੈ, 2 ਸਾਲ ਦੀ ਮਾਸਟਰ ਡਿਗਰੀ ਹੈ, ਅਲੱਗ-ਅਲੱਗ ਸਟਰੀਮ 'ਚ ਮਾਸਟਰ ਡਿਗਰੀ ਆਉਂਦੀਆਂ ਔਰ PhD ਪ੍ਰੋਗਰਾਮ ਹੈ। ਇਹ ਮੈਡੀਕਲ ਜਿਹੜਾ ਹੈਗਾ +1 +2 ਮੈਡੀਕਲ ਤੋਂ ਬਾਅਦ ਇਹ ਫਿਜ਼ੀਓਥੈਰੇਪੀ 'ਚ ਐਡਮਿਸ਼ਨ ਹੁੰਦਾ। 4.5 ਸਾਲ ਦਾ ਲੰਬਾ ਕੋਰਸ ਹੁੰਦਾ, ਐਜ਼ ਪਰ ਜਿਵੇਂ MBBS ਦਾ ਕੋਰਸ ਹੈ, BDS ਦਾ ਕੋਰਸ ਹੈ, BHMS AMS ਦਾ ਕੋਰਸ ਹੈ, ਉਸੇ ਤਰ੍ਹਾਂ ਪੈਰਲਲ ਕੋਰਸ ਇਹਨਾਂ ਦੇ ਨਾਲ ਹੈਗਾ, ਫੁੱਲ ਮੈਡੀਕਲ ਸਟਰੀਮ ਕੋਰਸ ਹੈਗਾ। ਉਸੇ ਤਰ੍ਹਾਂ ਜਿਵੇਂ ਦੂਜੀ ਮਾਸਟਰ ਡਿਗਰੀ ਹੁੰਦੀ ਹੈ, ਉਵੇਂ ਫਿਜ਼ੀਓਥੈਰੇਪੀ ਦੀ ਮਾਸਟਰ ਡਿਗਰੀ ਆਉਂਦੀ ਹੈਗੀ ਆ। ਤਾਂ ਇਸ ਦੇ ਵਿੱਚ ਕੀ ਹੈ ਕਿ ਅਸੀਂ ਡੋਜ਼ ਸੈੱਟ ਕਰਦੇ ਹਾਂ ਕਿ ਅਲਟਰਾਸੋਨਿਕ ਥੈਰੇਪੀ ਜਿਹੜੀ ਹੈਗੀ ਹੈ ਉਹਦੀ ਕਿੰਨੀ ਡੋਜ਼ ਦੇਣੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਜੇ ਟੈਂਸ ਲਾਣਾ ਤਾਂ ਟੈਂਸ ਦੀ ਵੀ ਕੀ ਡੋਜ਼ ਹੋਣੀ ਚਾਹੀਦੀ ਹੈ, ਕਿ ਮਸਲ ਸਪਾਜ਼ਮ ਆ ਰਿਹਾ ਉਹਦੀ ਡੋਜ਼ ਕੀ ਹੋਣੀ ਚਾਹੀਦੀ ਹੈ, ਜੇਕਰ ਮਸਲ ਟਾਈਟਨੈਸ ਹੈ ਉਹਦੀ ਕੀ ਡੋਜ਼ ਹੋ ਰਹੀ ਹੈ, ਪੇਨ ਦੀ ਕੀ ਡੋਜ਼ ਹੋਣੀ ਚਾਹੀਦੀ ਹੈਗੀ ਹੈ। ਫਿਰ ਉਸ ਤੋਂ ਬਾਅਦ IFT ਇੰਟਰਫਰੈਂਸ਼ੀਅਲ ਥੈਰੇਪੀ ਜਿਹੜੀ ਹੈਗੀ ਆ ਉਹਦੀ ਕੀ ਡੋਜ਼ ਇਹਦੇ ਵਿੱਚ ਸੈੱਟ ਕਰਨੀ ਹੈਗੀ ਹੈ। ਫਿਰ ਲੇਜ਼ਰ ਦੀ ਕੀ ਡੋਜ਼ ਹੋਣੀ ਚਾਹੀਦੀ ਹੈਗੀ ਹੈ। ਫਿਰ ਉਸ ਤੋਂ ਬਾਅਦ ਅਸੀਂ ਸ਼ਾਰਟਵੇਵ ਡਾਇਥਰਮੀ ਹੈਗੀ ਹੈ, ਸ਼ਾਰਟਵੇਵ ਡਾਇਥਰਮੀ ਦੇਣੀ ਕਿੰਨੀ ਹੈਗੀ ਹੈ, ਤਾਂ ਉਹਦੀ ਡੋਜ਼ ਜਿਹੜੀ ਹੈਗੀ ਹੈ ਅਸੀਂ ਹੀਟ ਕਿੰਨੀ ਦੇਣੀ ਹੈਗੀ ਉਹਦੇ ਵਿੱਚ। ਜਿਹੜੀ ਟਰੈਕਸ਼ਨ ਦੇਣੀ ਹੈ, ਟਰੈਕਸ਼ਨ ਕਿੰਨੇ ਸਮੇਂ ਵਾਸਤੇ ਦੇਣੀ ਹੈ, ਤਾਂ ਕਿੰਨਾ ਉਹਦਾ ਵੇਟ ਹੋਣਾ ਚਾਹੀਦਾ ਅਤੇ ਕਿਹੜੀ ਪੋਜੀਸ਼ਨ ਹੋਣੀ ਚਾਹੀਦੀ ਹੈ। ਹੁਣ ਸਾਡੇ ਤੋਂ ਮੈਨੂੰ ਕਈ ਵਾਰੀ ਪੁੱਛਦੇ ਹੈਗੇ ਆ, ਜਦੋਂ ਮੈਂ ਹੁਣ ਪੋਜੀਸ਼ਨ ਇੱਥੇ ਅਸੀਂ ਟਰੈਕਸ਼ਨ ਯੂਜ਼ ਕਰਦੇ ਹਾਂ, ਤਾਂ ਕਈ ਵਾਰੀ ਮੈਨੂੰ ਡਾਕਟਰ ਪੁੱਛ ਲੈਂਦੇ ਆ ਵੀ ਤੁਹਾਡਾ ਤਾਂ ਟਰੀਟਮੈਂਟ ਇੱਕੋ ਜਿਹਾ ਤਾਂ ਹੈਗਾ, ਸਾਰੇ ਇੰਟਰੈਕਸ਼ਨ ਦੂਜੇ ਵੀ ਦੇਈ ਜਾਂਦੇ, ਤੁਸੀਂ ਇਹ 'ਚ ਕੀ ਦਿੰਦੇ ਹੋ। ਫਿਰ ਅਸੀਂ ਦੱਸਦੇ ਹਾਂ ਵੀ ਜੇਕਰ ਅਸੀਂ ਪਹਿਲੇ ਵਰਟੀਬਰਾ ਨੂੰ ਖਿੱਚ ਪਾਉਣੀ ਹੈ ਤਾਂ ਉਹਦੇ ਵਿੱਚ ਅਸੀਂ ਟਰੈਕਸ਼ਨ ਕਿਵੇਂ ਸੈੱਟ ਕਰਨੀ ਹੈ, ਜੇਕਰ ਅਸੀਂ ਤੀਜੇ ਅਤੇ ਚੌਥੇ ਵਰਟੀਬਰਾ ਨੂੰ ਦੇਣਾ ਤਾਂ ਅਸੀਂ ਉਸ 'ਤੇ ਪੋਜੀਸ਼ਨ ਕਿਵੇਂ ਰੱਖਣੀ ਹੈ, ਜੇ 6ਵੇਂ 7ਵੇਂ ਵਰਟੀਬਰਾ ਨੂੰ ਖਿੱਚ ਪਾਉਣੀ ਹੈ ਤਾਂ ਉਹਦੇ ਵਿੱਚ ਅਸੀਂ ਟਰੈਕਸ਼ਨ ਦੀ ਕੀ ਪੋਜੀਸ਼ਨ ਰੱਖਣੀ ਹੈਗੀ ਹੈ। ਜੇਕਰ ਅਸੀਂ ਮੈਨੂਅਲ ਦੇਣੀ ਹੈ ਤਾਂ ਵੀ ਅਸੀਂ ਪੋਜੀਸ਼ਨ ਚੇਂਜ ਕਰਨੀ ਪੈਂਦੀ ਹੈ। ਜੇਕਰ ਅਸੀਂ ਮਕੈਨੀਕਲ ਟਰੈਕਸ਼ਨ ਦੇਣੀ ਹੈ ਤਾਂ ਉਹਦੇ ਵਿੱਚ ਵੀ ਅਸੀਂ ਕਿਵੇਂ ਰੱਖਣੀ ਹੈ। ਹੁਣ ਟਰੈਕਸ਼ਨ ਵਿੱਚ ਵੀ ਇੱਕ ਸਟੈਟਿਕ ਹੁੰਦੀ ਹੈ, ਇੱਕ ਇੰਟਰਮੀਡੀਏਟ ਹੁੰਦੀ ਹੈਗੀ ਆ, ਤਾਂ ਉਹਦੇ ਵਿੱਚ ਵੀ ਅਸੀਂ ਉਸ ਨੂੰ ਵਿੱਚ ਦੇਖਦੇ ਹਾਂ ਕਿ ਟਰੈਕਸ਼ਨ ਸਟੈਟਿਕ ਕਿੰਨੀ ਕੇਸ ਵਿੱਚ ਦੇਣੀ ਹੈਗੀ ਹੈ, ਤਾਂ ਇੰਟਰਮੀਡੀਏਟ ਟਰੈਕਸ਼ਨ ਹੁੰਦੀ ਹੈ ਉਹਦੇ ਵਿੱਚ ਕਿੰਨੀ ਦੇਣੀ ਹੁੰਦੀ ਹੈਗੀ ਹੈ। ਹੁਣ ਅਸੀਂ ਟਰੈਕਸ਼ਨ ਦੇ ਵਿੱਚ ਗੱਲ ਯਾਦ ਆ ਰਹੀ ਹੈ ਕਿ ਜੇਕਰ ਕਈਆਂ ਦੇ ਕੀ ਹੈ ਕਿ ਰੈਡੀਕਲੋਪੈਥੀ ਆਉਂਦੀ ਹੈ, ਬਾਜੂ ਵਿੱਚ ਬੜੀ ਸਵੀਅਰ ਪੇਨ ਆਉਂਦੀ ਹੈਗੀ ਹੈ ਜੀ, ਤਾਂ ਜਦੋਂ ਬਾਜੂ ਵਿੱਚ ਸਵੀਅਰ ਪੇਨ ਆਉਂਦੀ ਹੈਗੀ ਹੈ
ਤਾਂ ਉਸ ਦੇ ਵਿੱਚ ਕੀ ਹੈ ਕਿ ਮੈਡੀਕਲ ਟ੍ਰੀਟਮੈਂਟ ਵੀ ਆਰਥੋਪੈਡਿਸ਼ਨ ਚੱਲਦਾ ਹੈਗਾ, ਨਿਊਰੋ ਸਰਜਨ ਵੀ ਦਿੰਦਾ ਹੈਗਾ, ਨਿਊਰੋਲੋਜਿਸਟ ਵੀ ਦਿੰਦਾ ਹੈਗਾ। ਤਾਂ ਉਹਦੇ ਵਿੱਚ ਕੀ ਹੈ ਕਿ ਇੱਕ ਫਿਜ਼ੀਓਥੈਰੇਪੀ ਦਾ ਇੱਕ ਅਲੱਗ ਟ੍ਰੀਟਮੈਂਟ ਹੁੰਦਾ ਹੈਗਾ। ਦੇਖੋ ਮੈਡੀਕਲ ਟ੍ਰੀਟਮੈਂਟ ਉਸ ਨੂੰ ਦੇਣਾ ਹੁੰਦਾ ਹੈਗਾ, ਉਹ ਮੈਡੀਕਲ ਜਦੋਂ ਪੇਨ ਹੁੰਦੀ ਹੈ ਪੇਸ਼ੈਂਟ ਦੇ ਤਾਂ ਪੇਸ਼ੈਂਟ ਹੁੰਦਾ ਕਿ ਮੈਂ ਮੈਡੀਕਲ ਟ੍ਰੀਟਮੈਂਟ ਲਵਾਂ। ਦੇਖੋ ਉਹ ਵੀ ਇੱਕ ਪਾਰਟ ਹੈ ਤੇ ਫਿਜ਼ੀਓਥੈਰੇਪੀ ਵੀ ਇੱਕ ਉਸ ਡਿਜ਼ੀਜ਼ ਦਾ, ਇਸ ਡਿਸਆਰਡਰ ਦਾ ਪਾਰਟ ਹੈ। ਪੇਸ਼ੈਂਟ ਦਾ ਇਹ ਹੈ ਵੀ ਮੈਡੀਕਲ ਟ੍ਰੀਟਮੈਂਟ ਵੀ ਚੱਲਦਾ ਹੈਗਾ, ਉਹ ਚੱਲਣਾ ਹੁੰਦਾ ਹੈਗਾ। ਫਿਜ਼ੀਓਥੈਰੇਪੀ ਦਾ ਟ੍ਰੀਟਮੈਂਟ ਹੁੰਦਾ ਹੈਗਾ, ਮੈਡੀਕਲ ਦਾ ਟ੍ਰੀਟਮੈਂਟ ਹੁੰਦਾ ਕਿ ਉਸ ਦਾ ਪੇਨ ਬਲੋਕ ਕਰਨਾ ਹੁੰਦਾ ਹੈਗਾ। ਜੇਕਰ ਉਸ ਦੇ ਵਿੱਚ ਕੋਈ ਅੰਦਰ ਕੋਈ ਡਿਜ਼ੀਜ਼ ਪੈਟਰਨ ਪੈਦਾ ਹੋ ਰਿਹਾ ਉਸ ਨੂੰ ਡਿਕਰੀਜ਼ ਕਰਨ ਦਾ। ਫਿਜ਼ੀਓਥੈਰੇਪੀ ਦੇ ਵਿੱਚ ਕੀ ਹੁੰਦਾ ਕਿ ਡਿਜ਼ੀਜ਼ ਪੈਟਰਨ ਵੀ ਘਟਣਾ, ਇਨਫਲੇਮੇਟਰੀ ਪੈਟਰਨ ਵੀ ਘਟਾਉਣਾ, ਤੇ ਨਾਲ ਦੀ ਨਾਲ ਉਸ ਦੇ ਵਿੱਚ ਜਿਹੜਾ ਅੱਗੇ ਡਿਸਆਰਡਰ ਤੇ ਡਿਸਫੰਕਸ਼ਨ ਪੈਦਾ ਹੋ ਰਿਹਾ ਆਪਾਂ ਉਸ ਨੂੰ ਵੀ ਦੂਰ ਕਿਵੇਂ ਕਰਨਾ ਹੈਗਾ ਜੀ। ਤਾਂ ਉਹ ਜਿਹੜਾ ਸੈੱਟ ਹੈ ਉਹ ਆਪਾਂ ਫਿਜ਼ੀਓਥੈਰੇਪਿਸਟ ਜਿਹੜਾ ਹੈਗਾ ਉਹ ਫਿਜ਼ੀਓਥੈਰੇਪਿਸਟ ਉਸ ਦੇ ਵਿੱਚ ਇਲੈਕਟ੍ਰੋਥੈਰੇਪੀ ਮੋਡੈਲਿਟੀ ਨਾਲ ਸੈੱਟ ਕਰਦਾ ਹੈਗਾ ਕਿ ਉਸ ਦੀ ਡੋਜ਼ ਸੈੱਟ ਕਰਦਾ ਹੈਗਾ। ਔਰ ਉਸ ਤੋਂ ਬਾਅਦ ਹੁੰਦਾ ਆਪਾਂ ਐਕਸਰਸਾਈਜ਼ ਰੈਜੀਮੈਂਟ ਤੇ ਆ ਗਿਆ। ਐਕਸਰਸਾਈਜ਼ ਦੇ ਵਿੱਚ ਕੀ ਹੈ ਕਿ ਉਸ ਦੇ ਵਿੱਚ ਕਿਸੇ ਦੀ ਪੇਨ ਘੱਟ ਕਰਨੀ ਹੈ। ਸਿੰਪਲ ਜੇਕਰ ਆਪਾਂ ਮਸਲ ਸਪਾਜ਼ਮ ਆ ਰਿਹਾ ਹੈਗਾ ਉਸ ਦੇ ਵਿੱਚ ਕੀ ਹੈ ਕਿ ਅਸੀਂ ਮਾਇਓਫੇਸ਼ੀਅਲ ਰਿਲੀਜ਼ ਟੈਕਨੀਕ, ਟ੍ਰਿਗਰ ਪੁਆਇੰਟ ਥੈਰੇਪੀ ਹੈਗੀ ਹੈ ਉਹ ਦੇਣਾ ਹੁੰਦਾ ਹੈਗਾ। ਉਸ ਤੋਂ ਬਾਅਦ ਉਹਦੇ ਵਿੱਚ ਉਹਦੀਆਂ ਬੜੀਆਂ ਇਹਦੇ ਵਿੱਚ ਟੈਕਨੀਕਸ ਹੈਗੀਆਂ। ਅਸੀਂ ਜਦੋਂ ਪੇਸ਼ੈਂਟ ਦੇ ਉੱਪਰ ਅਸੀਂ ਅੱਗੇ ਅਪਲਾਈ ਕਰਾਂਗੇ ਤਾਂ ਉਸ ਦੇ ਵਿੱਚ ਦੱਸਾਂਗੇ ਤੁਹਾਨੂੰ ਕਿ ਅਲੱਗ-ਅਲੱਗ ਪੈਟਰਨ ਆਪਾਂ ਯੂਜ਼ ਕਰਵਾਉਣਾ ਹੁੰਦਾ ਹੈਗਾ। ਜੇਕਰ ਆਪਾਂ ਐਕਸਰਸਾਈਜ਼ ਦੇ ਵਿੱਚ ਮੇਟਲੈਂਡ ਟੈਕਨੀਕ ਹੁੰਦੀ ਹੈਗੀ ਹੈ, ਜਿਹਦੀ ਮੋਬਿਲਾਈਜੇਸ਼ਨ ਟੈਕਨੀਕ ਹੈਗੀ ਹੈ, ਫਿਰ ਉਸ ਤੋਂ ਬਾਅਦ ਮੁਲੀਗਨ ਟੈਕਨੀਕ ਹੁੰਦੀ ਹੈ, ਫਿਰ ਉਸ ਤੋਂ ਬਾਅਦ ਮੁਲੀਗਨ ਟੈਕਨੀਕ ਦੇ ਨਾਲ ਅੱਜ ਕੱਲ੍ਹ ਬੜੀ ਵਧੀਆ ਇੱਕ ਅਲੱਗ ਥੈਰੇਪੀ ਆਉਣੀ ਸ਼ੁਰੂ ਹੋ ਰਹੀ ਹੈਗੀ ਹੈ, PNF ਪੈਟਰਨ ਦੇਣਾ ਸ਼ੁਰੂ ਹੋ ਰਿਹਾ ਹੈਗਾ। ਫਿਰ ਉਸ ਤੋਂ ਬਾਅਦ PNF ਪੈਟਰਨ ਦੇ ਬਾਅਦ ਇੱਕ ਮਾਇਓਫੇਸ਼ੀਅਲ ਰਿਲੀਜ਼ ਦੇ ਨਾਲ ਇੱਕ ਪੈਰਲਲ ਟੈਕਨੀਕ ਹੁੰਦੀ ਹੈਗੀ ਹੈ। ਖੁਸ਼ਪ੍ਰੀਤ ਜੀ, ਜੇਕਰ ਆਪਾਂ ਐਕਸਰਸਾਈਜ਼ ਦੀ ਗੱਲ ਕਰਦੇ ਹਾਂ ਨਾ ਤਾਂ ਐਕਸਰਸਾਈਜ਼ ਦੇ ਵਿੱਚ ਵੇਰੀਅਸ ਟੈਕਨੀਕਸ ਆਉਂਦੀਆਂ ਹੈਗੀਆਂ, ਜਿਵੇਂ ਕਿ ਮੋਬਿਲਾਈਜੇਸ਼ਨ ਆ ਗਈ ਹੈ। ਫਿਰ ਮੋਬਿਲਾਈਜੇਸ਼ਨ ਦੇ ਵਿੱਚ ਕੀ ਹੁੰਦੀ ਹੈ, ਇੱਕ ਮੇਟਲਾਈਨ ਮੋਬਿਲਾਈਜੇਸ਼ਨ ਹੁੰਦੀ ਹੈ, ਕੈਲਟਨ ਬੌਂਡ ਟੈਕਨੀਕ ਹੁੰਦੀ ਹੈਗੀ ਆ, ਮੁਲੀਗਨ ਕਨਸੈਪਟ ਐਕਸਰਸਾਈਜ਼ ਹੁੰਦੀ ਹੈਗੀਆਂ। ਮੈਨੀਪੂਲੇਸ਼ਨ ਵਿੱਚ ਗੱਲ ਕਰ ਲਈਏ ਤਾਂ ਉਹਦੇ ਵਿੱਚ ਮਸਲ ਸੌਫਟ ਟਿਸ਼ੂ ਮੈਨੀਪੂਲੇਸ਼ਨ ਹੁੰਦੀ ਹੈਗੀ ਆ, ਇੱਕ ਮਸਲ ਐਨਰਜੀ ਟੈਕਨੀਕ ਹੁੰਦੀ ਹੈਗੀਆਂ, ਇੱਕ ਮਾਇਓਫੇਸ਼ੀਅਲ ਰਿਲੀਜ਼ ਟੈਕਨੀਕ ਹੁੰਦੀਆਂ, ਇੱਕ ਉਸ ਦੇ ਵਿੱਚ ਜਿਹੜੀ ਸੌਫਟ ਟਿਸ਼ੂ ਮੈਨੀਪੂਲੇਸ਼ਨ ਆ ਉਹਦੇ ਵਿੱਚ ਇੱਕ ਇੰਸਟਰੂਮੈਂਟ ਅਸਿਸਟਡ ਸੌਫਟ ਟਿਸ਼ੂ ਮੋਬਿਲਾਈਜੇਸ਼ਨ ਆ ਜਾਂਦੀ ਹੈਗੀ ਹੈ। ਫਿਰ ਉਸ ਤੋਂ ਬਾਅਦ ਸਟ੍ਰੇਨ ਐਂਡ ਕਾਊਂਟਰ ਸਟ੍ਰੇਨ ਟੈਕਨੀਕ ਆ ਜਾਂਦੀ ਹੈਗੀ ਹੈ। ਫਿਰ ਉਸ ਤੋਂ ਬਾਅਦ ਇਹਦੇ 'ਚ ਐਕਟਿਵ ਰਿਲੀਜ਼ ਟੈਕਨੀਕ ਆ ਜਾਂਦੀ ਹੈਗੀ ਹੈ। ਇਹ ਸਾਰੀਆਂ ਟੈਕਨੀਕਸ ਜਿਹੜੀਆਂ ਹੈਗੀਆਂ ਅਸੀਂ ਐਕਸਰਸਾਈਜ਼ ਵਿੱਚ ਯੂਜ਼ ਕਰਦੇ ਹੈਗੇ ਹਾਂ ਤਾਂ ਕਿ ਪੇਸ਼ੈਂਟ ਦੀ ਜਿਹੜੀ ਹੈਗੀ ਹੈ ਕੋਈ ਟਿਸ਼ੂ ਦੇ ਵਿੱਚ ਆ ਰਹੀ ਹੈਗੀ ਹੈ, ਕੋਈ ਸਪਾਈਨ ਦੇ ਵਿੱਚ ਆ ਰਹੀ ਹੈਗੀ ਹੈ, ਕੋਈ ਨਰਵ ਦੇ ਵਿੱਚ ਕੋਈ ਰੀਜਨ ਆ ਰਿਹਾ ਹੈਗਾ, ਨਰਵ ਮੋਬਿਲਾਈਜੇਸ਼ਨ ਟੈਕਨੀਕਸ ਆਉਂਦੀਆਂ ਹੈਗੀਆਂ। ਤਾਂ ਇਹ ਸਾਰੀਆਂ ਟੈਕਨੀਕ ਅਸੀਂ ਯੂਜ਼ ਕਰਦੇ ਹੈਗੇ ਹਾਂ ਤਾਂ ਕਿ ਪੇਸ਼ੈਂਟ ਨੂੰ ਮੈਕਸੀਮਮ ਜਿਹੜਾ ਹੈਗਾ ਉਸ ਨੂੰ ਰਿਲੀਫ ਮਿਲ ਜਾਏ। ਅਤੇ ਤੁਸੀਂ ਮੰਨੋਗੇ ਨਹੀਂ, ਹੌਸਪੀਟਲ ਦੇ ਵਿੱਚ ਜਿਹੜਾ ਮੈਂ ਸੈਟਅਪ ਦੇ ਵਿੱਚ ਦੇਖ ਰਿਹਾ ਹੈਗਾ ਤਾਂ ਜਿਹੜਾ ਗਰਦਨ ਦਾ ਪੇਨ ਕਰਕੇ ਵੀ ਆਉਂਦਾ ਨਾ ਤਾਂ ਸ਼ਾਰਟ ਟਰਮ ਦੇ ਵਿੱਚ ਤਾਂ ਉਸ ਦਾ ਜਿਹੜਾ ਹੈਗਾ, ਜਿਹੜੀ ਸ਼ਾਰਟ ਟਰਮ ਅਸੀਂ ਪਹਿਲਾਂ ਗੱਲ ਕਰਕੇ ਹਟੇ ਹੈਗੇ ਹਾਂ, ਸ਼ਾਰਟ ਟਰਮ ਟਰੀਟਮੈਂਟ ਦੇ ਵਿੱਚ ਪੇਸ਼ੈਂਟ ਦਾ 2 ਤੋਂ 3 ਦਿਨ ਤੱਕ ਦਾ ਹੁੰਦਾ ਹੈਗਾ। ਅਤੇ ਜਿਹੜਾ ਲੌਂਗ ਟਰਮ ਵੀ ਲੈਂਦੇ ਹੈਗੇ ਆ, ਜੇਕਰ ਤੁਸੀਂ ਇੰਜਰੀ ਕੇਸ ਵਿੱਚ ਆ ਗਿਆ ਜਾਂ ਕੋਈ ਫ੍ਰੈਕਚਰ ਦੇ ਇੰਜਰੀ ਕੇਸ ਵਿੱਚ ਆ ਗਿਆ, ਕੋਈ ਡਿਜ਼ੀਜ਼ ਪੈਟਰਨ ਜਿਵੇਂ ਟਿਊਮਰ ਦੇ ਵਿੱਚ ਆ ਗਿਆ ਹੈਗਾ, ਕੋਈ ਟਰਮੈਟਿਕ ਹਿਸਟਰੀ ਦਾ ਆ ਜਾਂਦਾ ਹੈਗਾ ਤਾਂ ਉਸ ਦੇ ਵਿੱਚ ਵੀ ਜਿਹੜਾ ਹੈਗਾ ਅੱਜ ਕੱਲ੍ਹ ਨਿਊ ਟੈਕਨੀਕ ਜਿਹੜੀਆਂ ਆਉਣੀ ਸ਼ੁਰੂ ਹੋ ਜਾਂਦੀਆਂ ਹੈਗੀਆਂ ਤਾਂ ਉਸ ਦੇ ਵਿੱਚ ਵੀ ਪੇਸ਼ੈਂਟ ਜਿਹੜਾ ਹੈਗਾ 2-3 ਮਹੀਨੇ ਦਾ ਸਮਾਂ ਲੈਂਦਾ ਹੈਗਾ। ਤਾਂ ਪਰ ਤੁਹਾਡੇ ਜ਼ਰੀਏ, ਚੈਨਲ ਦੇ ਜ਼ਰੀਏ ਸਾਰੇ ਦਰਸ਼ਕਾਂ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਮੈਡੀਕਲ ਟ੍ਰੀਟਮੈਂਟ ਵੀ ਲਓ ਅਤੇ ਨਾਲ ਅੱਗੇ ਕੋਈ ਕੰਪਲੀਕੇਸ਼ਨ ਨਾ ਆਵੇ ਕਿਸੇ ਚੀਜ਼ ਦੀ, ਅਤੇ ਇਸ ਲਈ ਫਿਜ਼ੀਓਥੈਰੇਪੀ ਟ੍ਰੀਟਮੈਂਟ ਵੀ ਲਓ। ਪਰ ਲੇਕਿਨ ਉਸ ਦੇ ਵਿੱਚ ਵੀ ਇਹ ਇੱਕ ਤੁਹਾਡਾ ਪਰਹੇਜ਼ ਜਿਹੜਾ ਹੈਗਾ ਨਾ ਉਹ ਸਭ ਤੋਂ ਵੱਧ ਜ਼ਰੂਰੀ ਹੈ, ਕਿਉਂਕਿ ਜੇਕਰ ਪਰਹੇਜ਼ ਰੱਖੋਗੇ ਤਾਂ ਫਿਰ ਜਿਹੜਾ ਤੁਹਾਡਾ ਜਿਹੜੀ ਬਿਮਾਰੀ ਆ ਰਿਹਾ, ਕੋਈ ਡਿਸਆਰਡਰ ਆ ਰਿਹਾ, ਕੋਈ ਡਿਸਫੰਕਸ਼ਨ ਆ ਰਿਹਾ, ਉਹ ਬਹੁਤ ਛੇਤੀ ਠੀਕ ਹੋਊਗਾ। ਜੀ, ਜਿਵੇਂ ਆਮ ਭਾਸ਼ਾ ਦੇ ਵਿੱਚ ਵੀ ਕਿਹਾ ਜਾਂਦਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸੋ ਮੇਰਾ ਖਿਆਲ ਹੈ ਵੀ ਬਚਾਅ ਹੀ ਹੈ ਜਿਹੜਾ ਉਹੀ ਇਲਾਜ ਹੈ। ਜੀ ਬਿਲਕੁਲ। ਤੇ ਡਾਕਟਰ ਬਲਵਿੰਦਰ ਜੀ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਆਪ ਦੇ ਜ਼ਰੀਏ, ਆਪ ਦੇ ਚੈਨਲ ਦੇ ਜ਼ਰੀਏ ਸਤਪਾਲ ਮਾਨ ਜੀ ਦਾ, ਖੁਸ਼ੀ ਦਾ ਤੁਹਾਡਾ ਅਤੇ ਮੈਨੂੰ ਦੇਖ ਰਹੇ ਦਰਸ਼ਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਖੁਸ਼ਪ੍ਰੀਤ ਸ਼ੇਰਗਿੱਲ ਨੂੰ ਤੇ ਮੇਰੇ ਨਾਲ ਇਸ ਚੈਨਲ ਦੇ ਸਰਪ੍ਰਸਤ ਸਤਪਾਲ ਮਾਨ ਨੂੰ ਦਿਓ ਆਗਿਆ। ਫਿਰ ਮਿਲਾਂਗੇ ਕਿਸੇ ਹੋਰ ਦਿਨ, ਕਿਸੇ ਹੋਰ ਸ਼ਖਸੀਅਤ ਨਾਲ। ਤਦ ਤੱਕ ਲਈ ਰੱਬ ਰਾਖਾ।